ਵੀ ਜਿਹੜੇ ਲੋਕ ਕਰਜ਼ਈ ਨੇ ਉਹ ਲੋਕ ਜ਼ਿਆਦਾ ਅਮੀਰ ਬਣ ਸਕਦੇ ਨੇ, ਤੁਸੀਂ ਇਹ ਗੱਲ ਕਿਵੇਂ ਕਹਿੰਦੇ? ਜਿਹਨੇ ਨਹੀਂ ਕੁਝ ਕਰਨਾ ਉਹਦੇ ਵਾਸਤੇ ਤਾਂ 100 ਬਹਾਨੇ, ਉਹਦੇ ਵਾਸਤੇ ਜਿਹਨੇ ਕਰਨਾ ਉਹਦੇ ਵਾਸਤੇ ਇੱਕ ਕਾਰਨ। ਜਦੋਂ ਤੁਹਾਨੂੰ ਪੈਸੇ ਨੂੰ ਕੰਟਰੋਲ ਕਰਨਾ ਆ ਜਾਂਦਾ ਜੀ, ਫਿਰ ਤੁਹਾਡੀ ਅਸਲੀ ਗਰੋਥ ਹੁੰਦੀ ਹੈ। ਪੈਸਾ ਕਮਾਉਣਾ ਇੰਨਾ ਔਖਾ ਕੰਮ ਨਹੀਂ ਹੈ ਜਿੰਨਾ ਪੈਸੇ ਨੂੰ ਕੰਟਰੋਲ ਕਰਨਾ ਔਖਾ। ਆਪਣੇ ਦੋਸਤਾਂ ਨੂੰ ਲਿਖ ਕੇ ਭੇਜਦਾ ਸੀਗਾ ਇਹ ਮੇਰਾ ਰੋਲ ਨੰਬਰ ਹੈ, ਇਹਨੇ ਅਖਬਾਰ 'ਚ ਆਣਾ ਹੀ ਆਣਾ, ਮਤਲਬ ਮੈਨੂੰ ਕੋਈ ਫੇਲ ਹੀ ਨਹੀਂ ਕਰਦਾ। ਜੇ ਤੁਹਾਡੇ ਅੰਦਰ ਜਜ਼ਬਾ ਨਹੀਂ ਹੈ, ਜਨੂਨ ਨਹੀਂ ਹੈ, ਪਾਗਲਪਨ ਨਹੀਂ ਹੈ ਤਾਂ ਤੁਸੀਂ ਆਪਣੀ ਮੰਜ਼ਿਲ ਹਾਸਲ ਨਹੀਂ ਕਰ ਸਕਦੇ। ਆਪਾਂ ਕਹਿੰਦੇ ਨੇ ਵੀ ਕਾਮਯਾਬ ਬਣੋ, ਉਹ ਯਾਰ ਬਣੋ ਕਿੱਦਾਂ? ਕੋਈ ਰਸਤਾ ਤਾਂ ਦਿਓ ਨਾ, ਬਲੂਪ੍ਰਿੰਟ ਤਾਂ ਦਿਓ ਨਾ। ਹੁਣ ਜਿਹੜੇ ਬੰਦੇ ਨੌਕਰੀ ਕਰ ਰਹੇ ਆ, ਤੁਸੀਂ ਉਹਨਾਂ ਕੋਲ ਆਪਣਾ ਮਾਈਕ ਲੈ ਕੇ ਜਾਓ, ਮੇਰੀ ਇੰਟਰਵਿਊ ਕਰਨਾ ਹੈ ਨਾ, ਜਿਹੜੇ ਬੰਦੇ ਨੌਕਰੀ ਕਰ ਰਹੇ ਉਹਨਾਂ ਕੋਲ ਜਾਓ, ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੀ ਹਾਲ ਹੈ, ਤੁਸੀਂ ਸੈਟੀਸਫਾਈਡ ਹੋ? ਤੁਹਾਨੂੰ 1% 2% ਬੰਦੇ ਵੀ ਨਹੀਂ ਕਹਿਣਗੇ ਅਸੀਂ ਸੈਟੀਸਫਾਈਡ ਹਾਂ। LIC, ਬਿਜਲੀ ਬੋਰਡ, ਬੈਂਕ, ਇਹ ਸਾਰੇ ਬੰਦੇ ਲੱਖ ਰੁਪਏ ਦੇ ਨੇੜੇ ਸੈਲਰੀ ਲੈਂਦੇ ਆ। ਮੈਨੂੰ ਇਹ ਦੱਸਣ ਕਿ ਅਸੀਂ ਕਦੇ 5 ਸਟਾਰ ਹੋਟਲ ਦੇ ਵਿੱਚ ਖਾਣਾ ਖਾਇਆ, ਕਿ ਆਪਣੀ ਮਰਜ਼ੀ ਦੀ ਕਾਰ ਰੱਖੀ ਹੈ, ਜਾਂ ਸਵਿਫਟ ਨੂੰ ਕਹੀ ਜਾਂਦੇ ਆਪਾਂ ਲੱਕੀ ਗੱਡੀ ਹੈ। ਉਹ ਜਵਾਨੀ ਕੀ ਜਿਹੜੀ ਪਹਾੜ ਨੂੰ ਮੱਥਾ ਲਾ ਕੇ ਪਿੱਛੇ ਨਾ ਧੱਕ ਸਕੇ। ਜੇ ਤੁਸੀਂ ਹੁਕਮ ਨਹੀਂ ਦੇ ਸਕਦੇ ਤਾਂ ਹੁਕਮ ਲੈਣ ਲਈ ਤਿਆਰ ਰਹੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਖੀ ਮਘਾੜੀਆਂ, ਤੁਸੀਂ ਵੇਖ ਰਹੇ ਹੋ ਸਰਲੇਖ। ਜੇ ਤੁਸੀਂ ਬੇਰੁਜ਼ਗਾਰ ਹੋ, ਰੁਜ਼ਗਾਰ ਕਮਾਉਣਾ ਚਾਹੁੰਦੇ ਹੋ, ਜੇ ਤੁਸੀਂ ਗਰੀਬ ਹੋ, ਅਮੀਰ ਬਣਨਾ ਚਾਹੁੰਦੇ ਹੋ, ਜੇ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਇਨਸਾਨ ਬਣਨਾ ਚਾਹੁੰਦੇ ਹੋ, ਅਸੀਂ ਅਕਸਰ ਕਹਿੰਦੇ ਆ ਕਿ ਪੜ੍ਹੇ ਹੋਏ ਤੇ ਕਰੇ ਹੋਏ ਵਿੱਚ ਫਰਕ ਹੁੰਦਾ ਹੈ। ਅੱਜ ਤੁਹਾਨੂੰ ਇਸ ਤਰ੍ਹਾਂ ਦੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ 1 ਰੁਪਏ ਨੂੰ 100 ਰੁਪਏ ਬਣਾਉਣ ਦਾ ਮੰਤਰ ਸਿੱਧ ਕੀਤਾ ਹੈ, ਜਿਨ੍ਹਾਂ ਨੇ ਮਿਹਨਤ ਜਰੀਏ ਕਿਸਮਤ ਨੂੰ ਆਪਣੇ ਨੇੜੇ ਨਹੀਂ ਢੁਕਣ ਦਿੱਤਾ, ਆਪਣੀ ਮਿਹਨਤ ਦੇ ਨਾਲ ਕਾਮਯਾਬੀ ਨੂੰ ਹਾਸਲ ਕੀਤਾ ਹੈ। ਤੁਸੀਂ ਇਹਨਾਂ ਤੋਂ ਬਹੁਤ ਕੁਝ ਸਿੱਖੋਗੇ। ਇਹਨਾਂ ਦੀ ਜ਼ਿੰਦਗੀ ਇੱਕ ਉਦਾਹਰਨ ਹੈ ਤੇ ਖਾਸ ਕਰ ਅਸੀਂ ਕਹਿੰਦੇ ਹੁੰਦੇ ਆ ਕਿ ਬੱਚੇ ਹਮੇਸ਼ਾ ਉਦਾਹਰਨਾਂ ਤੋਂ ਸਿੱਖਦੇ ਹਨ। ਪਰ ਜੇ ਤੁਸੀਂ ਸਿੱਖਣ ਦੇ ਚਾਹਵਾਨ ਹੋ, ਜੇ ਤੁਸੀਂ ਨਵਾਂ ਕੁਝ ਜਾਣਨਾ ਚਾਹੁੰਦੇ ਹੋ, ਜੇ ਤੁਹਾਡੇ ਅੰਦਰ ਅਮੀਰ ਬਣਨ ਦੀ ਇੱਛਾ ਹੈ, ਤਾਂ ਆਓ ਤੁਹਾਡੇ ਰੂਬਰੂ ਕਰਦੇ ਹਾਂ ਰਾਜਵੰਤ ਸਿੰਘ ਮੋਹਾਲੀ ਜੀ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਰਾਜਵੰਤ ਸਿੰਘ ਮੋਹਾਲੀ ਬਚਪਨ ਦੇ ਵਿੱਚ ਪਿੰਡਾਂ ਦੀਆਂ ਧੂੜਾ ਫੱਕਦਾ ਰਿਹਾ ਜਾਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਹੀ ਜੰਮੇ ਪਲੇ? ਨਹੀਂ, ਲੋਕਾਂ ਨੂੰ ਸ਼ਾਇਦ ਮੇਰੇ ਬਾਰੇ ਭੁਲੇਖਾ ਕਿ ਮੈਂ ਚਾਂਦੀ ਦਾ ਚਮਚ ਮੂੰਹ 'ਚ ਲੈ ਕੇ ਜੰਮਿਆ, ਉਹ ਜੀ ਗੱਲ ਨਹੀਂ। ਬਿਲਕੁਲ ਮੈਂ ਪਿੰਡੂ ਮਾਹੌਲ ਦੇ ਵਿੱਚ ਜੰਮਿਆ ਪਲਿਆ। ਰਾਜਪੁਰੇ ਦੇ ਕੋਲ ਪਿੰਡ ਹੈ ਜੀ, ਤੇ ਪੁਰਾਣੀਆਂ ਖੇਡਾਂ ਜਿਵੇਂ ਟਾਇਰ ਨੂੰ ਡੰਡੇ ਮਾਰ ਕੇ 4-4 5-5 ਕਿਲੋਮੀਟਰ ਦੌੜਨਾ, ਗੁੱਲੀ ਡੰਡੇ ਖੇਡਣੇ, ਇਹ ਜੀਆਂ ਗੋਲੀਆਂ ਖੇਡਣੀਆਂ, ਇਹ ਜੀਆਂ ਖੇਡਾਂ ਅਸੀਂ ਖੇਡਦੇ ਰਹੇ ਹਾਂ। ਤੇ ਮੇਰੇ ਪਿੰਡ ਤੋਂ ਰਾਜਪੁਰਾ ਸ਼ਹਿਰ 4 ਕਿਲੋਮੀਟਰ ਦੂਰ ਹੈ ਤੇ ਮੈਂ ਸ਼ੁਰੂ ਦੇ 2 ਸਾਲ ਪੈਦਲ ਜਾਂਦਾ ਰਿਹਾ ਰਾਜਪੁਰੇ ਤੋਂ, ਆਪਣੇ ਪਿੰਡ ਤੋਂ ਰਾਜਪੁਰੇ ਪੜ੍ਹਨ ਵਾਸਤੇ ਪੈਦਲ ਜਾਂਦਾ। ਕਿਹੜੇ ਪਿੰਡ ਦਾ ਪਿਛੋਕੜ ਜੀ? ਪਿੰਡ ਢਕਾਨਸੂ ਕਲਾਂ ਨਾਲ ਹੈਗਾ ਤੇ ਉਹ ਤੋਂ ਰਾਜਪੁਰਾ ਸਾਡਾ ਸਕੂਲ ਮਹਿੰਦਰਗੰਜ ਰਾਜਪੁਰਾ 4 ਕਿਲੋਮੀਟਰ ਦੂਰ ਸੀਗਾ ਤੇ ਅਸੀਂ ਪੈਦਲ ਹੀ ਜਾਂਦੇ ਰਹੇ ਹਾਂ ਜੀ। ਤੇ ਪੈਦਲ ਜਾਂਦੇ ਸੀਗੇ, ਬਸ ਜਾ ਰਹੇ ਆ ਰਹੇ ਆ, ਲੇਕਿਨ ਪੜ੍ਹਨ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਇੰਟਰਸਟ ਸੀਗਾ। ਇਸ ਕਰਕੇ ਉਹ ਚੀਜ਼ਾਂ ਸਾਡੇ ਸਾਹਮਣੇ ਨਹੀਂ ਆਈਆਂ, ਮਤਲਬ ਜਿਹੜੀਆਂ ਦਿੱਕਤਾਂ ਸੀ ਉਹ ਸਾਹਮਣੇ ਨਹੀਂ ਆਈਆਂ। ਸਿਰਫ ਸਾਡਾ ਜਿਹੜਾ ਮੇਰਾ ਟਾਰਗੇਟ ਸੀ ਉਹ ਮੇਰੀ ਪੜ੍ਹਾਈ ਸੀਗੀ। ਇਸ ਕਰਕੇ ਆਹ ਚੀਜ਼ਾਂ ਨੂੰ ਮੈਂ ਇਗਨੋਰ ਕਰਦਾ ਚਲਾ ਗਿਆ ਜੀ ਕਿ ਮੈਂ ਮੈਟ੍ਰਿਕ ਤੋਂ ਬਾਅਦ ਕਾਲਜ ਵੀ ਨਹੀਂ ਜਾ ਸਕਿਆ ਡਿਊ ਟੂ ਗਰੀਬੀ ਜੀ। ਗਰੀਬੀ ਹੋਣ ਕਰਕੇ ਕਾਲਜ ਵੀ ਨਹੀਂ ਜਾ ਸਕਿਆ। ਮੈਂ ਆਪਣੀ ਸਾਰੀ ਜਿੰਨੀ ਪੜ੍ਹਾਈ ਕੀਤੀ ਹੈ ਪ੍ਰਾਈਵੇਟ ਕੀਤੀ ਹੈ ਤੇ ਜਿੰਨੇ ਮੈਂ ਸਰਕਾਰੀ ਨੌਕਰੀਆਂ ਕੀਤੀਆਂ, 4 ਦੇ ਕਰੀਬ ਸਰਕਾਰੀ ਨੌਕਰੀਆਂ ਕੀਤੀਆਂ, ਉਹ ਸਾਰੀਆਂ ਆਪਣੇ ਦਮ ਤੇ ਹਾਸਲ ਕੀਤੀਆਂ ਜੀ। ਤੇ ਉਹ ਮਤਲਬ ਇਹ ਗੱਲ ਲੱਗ ਗਿਆ ਕਿ ਮੈਂ ਚਾਰਾਂ ਨੂੰ ਠੋਕਰ ਮਾਰਤੀ ਵੀ ਚਾਰੇ ਛੱਡਤੀਆਂ
ਠੀਕ ਹੈ ਜੀ, ਉਹ ਆਪਣੀ ਮਰਜ਼ੀ ਨਾਲ ਛੱਡੀਆਂ, ਇਹ ਨਹੀਂ ਹੈ ਕਿ ਮੈਨੂੰ ਕੱਢਿਆ ਗਿਆ, ਮੈਨੂੰ ਡਿਸਮਿਸ ਕੀਤਾ ਗਿਆ, ਕੋਈ ਉਹ ਜੀ ਕੋਈ ਗੱਲ ਨਹੀਂ। ਆਪਣੀ ਮਰਜ਼ੀ ਨਾਲ ਲਈਆਂ, ਮਤਲਬ ਖੋਹ ਕੇ ਲਈਆਂ ਤੇ ਆਪਣੇ ਆਪ ਹੀ ਛੱਡੀਆਂ। ਜਦੋਂ ਮੇਰਾ ਬੈਂਕ ਦਾ ਟੈਸਟ ਹੋਇਆ ਸੀਗਾ 1985 ਦੇ ਵਿੱਚ, ਤਾਂ ਮੈਂ ਆਪਣਾ ਰੋਲ ਨੰਬਰ ਆਪਣੇ ਦੋਸਤਾਂ ਨੂੰ ਲਿਖ ਕੇ ਭੇਜਤਾ ਸੀਗਾ, ਇਹ ਮੇਰਾ ਰੋਲ ਨੰਬਰ ਹੈ, ਇਹਨੇ ਅਖਬਾਰ 'ਚ ਆਣਾ ਹੀ ਆਣਾ, ਮਤਲਬ ਮੈਨੂੰ ਕੋਈ ਫੇਲ ਹੀ ਨਹੀਂ ਕਰ ਸਕਦਾ। ਮਤਲਬ ਇਸ ਤਰੀਕੇ ਦਾ ਮੇਰੇ ਅੰਦਰ ਕੌਨਫੀਡੈਂਸ ਸੀਗਾ, ਇਸ ਤਰੀਕੇ ਦਾ ਮੇਰੇ ਅੰਦਰ ਜਨੂਨ ਸੀ। ਤੇ ਉਹ ਰੋਲ ਨੰਬਰ ਅਖਬਾਰ 'ਚ ਆਇਆ ਤੇ ਮੈਂ ਬੈਂਕ 'ਚ ਨੌਕਰੀ ਕੀਤੀ 18 ਸਾਢੇ 18 ਸਾਲ, ਤੇ ਉੱਥੋਂ ਵੀ ਨਹੀਂ ਆਪਣੀ ਗੱਲ ਬਣੀ, ਆਪਾਂ ਛੱਡ ਗਏ ਉੱਥੇ ਫਿਰ ਆਪਣੇ ਕੰਮ ਦੇ ਵਿੱਚ। ਤੁਸੀਂ ਅਕਸਰ ਕਹਿੰਦੇ ਹੋ ਕਿ ਨੌਕਰੀ ਕਰਨੀ ਹੈ, ਨੌਕਰ ਬਣਨਾ ਹੈ ਜਾਂ ਮਾਲਕ। ਬਿਲਕੁਲ ਠੀਕ ਹੈ। ਤੁਸੀਂ ਆਮ ਤੌਰ ਤੇ ਜਿਹੜਾ ਜਵਾਨੀ ਪਹਿਰਾ ਹੈ, ਜਿਹੜਾ ਤੁਸੀਂ ਕਹਿੰਦੇ ਹੋ ਵੀ ਉਹ ਸਮੇਂ 10ਵੀਂ ਪਾਸ ਕੀਤੀ, ਉਹ ਦੌਰ ਦੇ ਵਿੱਚ ਜਿਹੜੀ ਅੱਜ ਦੀ ਬੇਰੁਜ਼ਗਾਰੀ ਹੈ, ਤੁਸੀਂ ਉਹਨੂੰ ਕਿਵੇਂ ਕਦੋਂ ਟੱਚ ਕਰ ਲਿਆ ਸੀ ਵੀ ਅਸੀਂ ਨੇ ਜ਼ਿੰਦਗੀ ਵਿੱਚ ਉਸ ਤਰ੍ਹਾਂ ਸਾਰੀ ਉਮਰ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਨਹੀਂ ਕਰਨੀ ਹੈਗੀ? ਜਦੋਂ ਮੈਂ ਜੌਬ ਜੁਆਇਨ ਕੀਤੀ, ਪਹਿਲਾਂ ਟੈਲੀਫੋਨ ਐਕਸਚੇਂਜ ਕੀਤੀ, ਉਸ ਤੋਂ ਬਾਅਦ ਫਿਰ ਮੈਂ ਬੈਂਕ ਦੇ ਵਿੱਚ ਆ ਗਿਆ। ਤੇ ਬੈਂਕ ਦੇ ਵਿੱਚ ਆ ਕੇ ਮੈਨੂੰ ਲੱਗਿਆ ਕਿ ਯਾਰ ਕਮੀ ਹੈ ਕਿਤੇ ਨਾ ਕਿਤੇ, ਮਤਲਬ ਮਿਹਨਤ ਕਰ ਰਹੇ ਹਾਂ ਲੇਕਿਨ ਗੁਜ਼ਾਰਾ ਤਾਂ ਨਹੀਂ ਹੋ ਰਿਹਾ ਜੀ, ਮਤਲਬ ਆਪਣੇ ਜਿਹੜੀ ਸੁਪਨੇ ਦੀ ਜ਼ਿੰਦਗੀ ਉਹ ਤਾਂ ਨਹੀਂ ਪੂਰੀ ਹੋ ਰਹੀ ਜੀ। ਤਾਂ ਮੇਰੇ ਕਿਤੇ ਨਾ ਕਿਤੇ ਦਿਮਾਗ 'ਚ ਆਉਂਦਾ ਸੀ ਕਿ ਯਾਰ ਕੁਛ ਨਾ ਕੁਛ ਤਾਂ ਅਲੱਗ ਕਰਨਾ ਹੀ ਪਏਗਾ। ਤੇ ਪਹਿਲਾਂ ਥੋੜੀ ਸਕੂਲ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਉਂਦੇ ਰਹੇ, ਪ੍ਰਾਈਵੇਟ ਟਿਊਸ਼ਨਾਂ ਪੜ੍ਹਾਉਂਦੇ ਰਹੇ। ਉਸ ਤੋਂ ਬਾਅਦ ਰਜਿਸਟਰੀਆਂ ਲਿਖਣ ਦਾ ਕੰਮ ਕੀਤਾ। ਉਸ ਤੋਂ ਬਾਅਦ ਫਿਰ ਰੀਅਲ ਸਟੇਟ ਦੇ ਵਿੱਚ ਆ ਗਏ। ਰੀਅਲ ਸਟੇਟ ਦੇ ਵਿੱਚ ਆ ਕੇ ਜਿੰਨਾ ਵੀ ਕੰਮ ਹੋ ਸਕਿਆ ਸਿੱਖਿਆ। ਸਿੱਖ ਕੇ ਜੋ ਵੀ ਮੇਰੇ ਕੋਲ ਮਤਲਬ ਹੋਇਆ ਤਾਂ ਉਹ ਮੈਂ ਕਿਤਾਬਾਂ ਦੇ ਰੂਪ ਦੇ ਵਿੱਚ ਲੋਕਾਂ ਨੂੰ ਵੀ ਦਿੱਤਾ। ਮੇਰੀ 3 ਕਿਤਾਬਾਂ ਰੀਅਲ ਸਟੇਟ ਬਿਜ਼ਨਸ ਦੇ ਉੱਪਰ, ਜਿਹੜੀਆਂ ਕਿ ਇੰਡੀਆ ਦੇ ਵਿੱਚ ਮੇਰਾ ਖਿਆਲ ਮੈਂ ਪਹਿਲਾਂ ਹੀ ਲੇਖਕ ਹੋਊਂਗਾ ਜਿਹਨੇ 3 ਕਿਤਾਬਾਂ ਰੀਅਲ ਸਟੇਟ ਦੇ ਬਿਜ਼ਨਸ ਦੇ ਉੱਪਰ ਲਿਖੀਆਂ। ਚੌਥੀ ਕਿਤਾਬ ਮੈਨੇਜਮੈਂਟ ਦੇ ਉੱਪਰ ਹੈ। ਉਹਦਾ ਕਿਤਾਬ ਦਾ ਟਾਈਟਲ ਨਾਟ ਮੈਡ ਸੋ ਬੈਡ। ਕਿਤਾਬਾਂ ਦੇ ਨਾਮ ਜਿਹਦੇ ਵਿੱਚ ਮੈਂ ਜਾਣਦਾ ਨਾਟ ਮੈਡ ਸੋ ਬੈਡ, ਨਾਟ ਮੈਡ ਸੋ ਬੈਡ, ਇਹ ਮੋਟੀਵੇਸ਼ਨਲ ਬੁੱਕ ਹੈ। ਇਹਦਾ ਮਤਲਬ ਬਿਨਾਂ ਜਨੂਨ ਨਹੀਂ ਸਕੂਨ। ਮਤਲਬ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਤੁਹਾਡੇ ਅੰਦਰ ਜਜ਼ਬਾ ਨਹੀਂ ਹੈ, ਜਨੂਨ ਨਹੀਂ ਹੈ, ਪਾਗਲਪਨ ਨਹੀਂ ਹੈ, ਤਾਂ ਤੁਸੀਂ ਆਪਣੀ ਮੰਜ਼ਿਲ ਹਾਸਲ ਨਹੀਂ ਕਰ ਸਕਦੇ। ਜੇ ਤੁਹਾਨੂੰ ਲੋਕਾਂ ਦੀਆਂ ਗੱਲਾਂ ਕਹੀਆਂ ਤੁਹਾਡਾ ਰਸਤੇ ਤੋਂ ਭਟਕਾਉਂਦੀਆਂ, ਤਾਂ ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਜਨੂਨ 'ਚ ਕਮੀ ਹੈ। ਕਿਉਂਕਿ ਜਿਸ ਬੰਦੇ ਨੇ ਜਹਾਜ਼ ਬਣਾਇਆ ਉਹਨੂੰ ਵੀ ਲੋਕਾਂ ਨੇ ਮਜ਼ਾਕ ਉਹਦਾ ਉਡਾਇਆ ਹੋਏਗਾ, ਉਹਨੂੰ ਵੀ ਲੋਕਾਂ ਨੇ ਪਾਗਲ ਕਿਹਾ ਹੋਏਗਾ, ਪਰ ਉਹਨੂੰ ਪਤਾ ਸੀਗਾ ਕਿ ਮੈਨੂੰ ਪਤਾ ਲੱਗ ਗਿਆ ਕਿ ਮੈਂ ਜਹਾਜ਼ ਬਣਾ ਸਕਦਾ। ਉਹਨੇ ਲੋਕਾਂ ਦੀ ਗੱਲ ਨਹੀਂ ਸੁਣੀ, ਜਹਾਜ਼ ਇਸੇ ਕਰਕੇ ਬਣ ਕੇ ਆ। ਜੇ ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੀ ਮੰਜ਼ਿਲ ਤੋਂ ਭਟਕ ਜਾਂਦੇ ਹੋ ਤਾਂ ਫਿਰ ਤੁਸੀਂ ਮੰਜ਼ਿਲ ਤੇ ਪਹੁੰਚ ਹੀ ਨਹੀਂ ਸਕਦੇ। ਜੇ ਆਪਾਂ ਕੋਈ ਮੰਜ਼ਿਲ ਤੇ ਜਾ ਰਹੇ ਹਾਂ ਤੇ ਕੁੱਤੇ ਆਪਾਂ ਨੂੰ ਰਸਤੇ 'ਚ ਭੌਂਕ ਰਹੇ, ਜੇ ਆਪਾਂ ਹਰੇਕ ਕੁੱਤੇ ਤੇ ਪੱਥਰ ਮਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮੰਜ਼ਿਲ ਹੋ ਸਕਦਾ ਅਸੀਂ ਮੰਜ਼ਿਲ ਤੇ ਨਾ ਹੀ ਪਹੁੰਚੀਏ, ਨਹੀਂ ਤਾਂ ਪੱਕੀ ਗੱਲ ਹੈ ਕਿ ਮੰਜ਼ਿਲ ਤੇ ਪਹੁੰਚਣ ਤੋਂ ਲੇਟ ਤਾਂ ਜ਼ਰੂਰ ਹੋ ਜਾਵਾਂਗੇ। ਜਦੋਂ ਤੱਕ ਅਸੀਂ ਆਲੇ ਦੁਆਲੇ ਦੀਆਂ ਗੱਲਾਂ ਸੁਣਨੀਆਂ ਬੰਦ ਨਹੀਂ ਕਰਾਂਗੇ, ਆਪਣੇ ਅੰਦਰ ਦੀ ਆਵਾਜ਼ ਸੁਣ ਕੇ ਆਪਣੇ ਕਦਮ ਨਹੀਂ ਵਧਾਵਾਂਗੇ, ਉਦੋਂ ਤੱਕ ਅਸੀਂ ਅੱਗੇ ਨਹੀਂ ਵਧ ਪਾਵਾਂਗੇ। ਸਾਨੂੰ ਜਿਹੜੀ ਗਰੋਥ ਹੈ, ਮੈਂਟਲ ਗਰੋਥ ਹੈ, ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਮੈਂਟਲ ਗਰੋਥ ਤੁਹਾਡੀ ਇਸੇ ਤਰੀਕੇ ਨਾਲ ਹੋ ਸਕਦੀ ਹੈ ਕਿ ਤੁਹਾਡੇ ਅੰਦਰ ਪਾਗਲਪਨ ਆਵੇ, ਸਿੱਖਣ ਦਾ ਜਨੂਨ ਆਵੇ। ਜੇ ਤੁਹਾਡੇ ਅੰਦਰ ਸਿੱਖਣ ਦਾ ਜਨੂਨ ਆਵੇ ਫਿਰ ਤੁਸੀਂ ਜੋ ਮਰਜ਼ੀ। ਇਹ ਤੋਂ ਬਿਨਾਂ 3 ਕਿਤਾਬਾਂ, ਇੱਕ ਪ੍ਰਾਪਰਟੀ ਕਾਰੋਬਾਰ ਤੋਂ ਖੁਸ਼ਹਾਲੀ ਜੀ, ਇੱਕ ਪ੍ਰਾਪਰਟੀ ਗੁਰੂ ਜੀ, ਇੱਕ ਰੀਅਲ ਸਟੇਟ DNA। ਇਹ ਮੇਰੀ ਪ੍ਰੈਸ ਦੇ ਵਿੱਚ ਹੈ ਕਿਤਾਬ, ਇਹ ਮਤਲਬ ਆ ਜਾਏਗੀ। ਤੇ ਪ੍ਰਾਪਰਟੀ ਕਾਰੋਬਾਰ ਤੋਂ ਖੁਸ਼ਹਾਲੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ, ਕਿਉਂਕਿ ਆਪਣੇ ਆਪ 'ਚ ਇੱਕ ਅਲੱਗ ਤਰ੍ਹਾਂ ਦੀ ਕਿਤਾਬ ਸੀਗੀ ਤੇ ਕਿਸੇ ਨੇ ਪਹਿਲਾਂ ਲਿਖਿਆ ਨਹੀਂ। ਪਰ ਮੈਨੂੰ ਅੱਜ ਤੱਕ ਵੀ ਮੇਰੀ ਕਿਤਾਬ ਆਈ ਨੂੰ ਤਕਰੀਬਨ 8.5 ਸਾਲ ਹੋ ਗਏ ਆ। 8.5 ਸਾਲ ਦੇ ਵਿੱਚ ਅਜੇ ਵੀ ਆਰਡਰ, ਅੱਜ ਵੀ 50 ਕਿਤਾਬਾਂ ਦਾ ਆਰਡਰ ਹੈ। ਮਤਲਬ ਤਕਰੀਬਨ ਬਲਕ ਦੇ ਵਿੱਚ ਆਰਡਰ ਆਉਂਦੇ ਰਹਿੰਦੇ ਆ। ਕਿਉਂ ਇਹ ਕਿਤਾਬਾਂ ਮਤਲਬ ਮੈਂ ਲਿਖੀ ਹੈ ਜਿਹੜੀ ਕਿਤਾਬ, ਲੋਕ ਜਿਹੜੇ ਅੱਜ ਦੇ ਲੇਖਕ ਹੈ, ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਉਹ ਆਪਣੇ ਵਾਸਤੇ ਲਿਖਦੇ ਆ ਤੇ ਕਿਤਾਬਾਂ ਨਾ ਵਿਕਣ ਦਾ ਕਾਰਨ ਇਹ ਹੈ। ਮੈਂ ਕਿਤਾਬਾਂ ਲੋਕਾਂ ਵਾਸਤੇ ਲਿਖੀਆਂ ਵੀ ਲੋਕਾਂ ਦੀ ਜ਼ਿੰਦਗੀ ਨੂੰ ਕਿਵੇਂ ਟੱਚ ਕਰ ਸਕਦੀ ਮੇਰੀ ਕਿਤਾਬ, ਤੇ ਇਸ ਕਰਕੇ ਮੇਰੀ ਕਿਤਾਬ ਵਿਕਦੀ ਹੈ। ਇੱਕ ਸਾਹਿਤਕ ਦੁਨੀਆ ਹੈ, ਨਾਵਲ, ਕਹਾਣੀਆਂ, ਕਵਿਤਾਵਾਂ, ਜਿਹਦੇ ਵਿੱਚ ਮੈਨੂੰ ਵੀ ਕਾਫੀ ਸਮੇਂ ਵਿਚਰਨ ਦਾ ਮੌਕਾ ਮਿਲੇ, ਹੁਣ ਵੀ ਵਿਚਰ ਰਹੇ ਹਾਂ। ਮੈਨੂੰ ਲੱਗਦਾ ਕਿਤਾਬਾਂ ਕਰਕੇ ਹੀ ਤੁਹਾਡੇ ਕੋਲ ਬੈਠੇ ਹਾਂ। ਇੱਕ ਤੁਹਾਡੀਆਂ ਕਿਤਾਬਾਂ ਨੇ, ਪਰ ਸਾਹਿਤਕ ਦੁਨੀਆ ਦੇ ਵਿੱਚ ਰਾਜਵੰਤ ਮਹਾਲੀ ਨੂੰ ਅਜੇ ਗੁੰਮਨਾਮ ਹੈ। ਨਹੀਂ, ਗੁੰਮਨਾਮ ਨਹੀਂ, ਮੈਂ ਗੁੰਮਨਾਮ ਨਹੀਂ ਹਾਂ। ਉਹਦੇ ਵਿੱਚੋਂ ਸਾਹਿਤਕ ਤੁਸੀਂ ਇਹ ਸਮਝੋ ਵੀ ਜਿਹੜੇ ਬੰਦੇ ਸਾਹਿਤਕ ਕਿਤਾਬਾਂ ਲਿਖ ਰਹੇ ਹੈ ਜੀ ਤੇ ਮੈਂ ਕਿਤਾਬਾਂ ਲਿਖ ਰਿਹਾ, ਉਹਨਾਂ 'ਚ ਦੋਨੋਂ ਫਰਕ ਹੈ। ਉਹਨਾਂ ਦਾ ਜਿਹੜਾ ਮਤਲਬ ਰੀਡਰਸ ਹੈਗੇ ਆ, ਉਹਨਾਂ ਦੇ ਰੀਡਰਸ ਅਲੱਗ ਤਰ੍ਹਾਂ ਦੇ ਆ, ਮੇਰੇ ਰੀਡਰਸ ਅਲੱਗ ਤਰ੍ਹਾਂ ਦੇ ਆ। ਮੇਰੇ ਰੀਡਰਸ ਉਹ ਹੈ ਜਿਹੜੇ ਮੈਨੂੰ ਦੇਖ ਕੇ ਮੇਰੇ ਵਰਗਾ ਬਣਨਾ ਚਾਹੁੰਦੇ ਆ। ਮਤਲਬ ਜੇ ਮੈਂ 6 ਰੁਪਏ ਦਿਹਾੜੀ ਤੋਂ ਆਪਣਾ ਕੰਮ ਸ਼ੁਰੂ ਕਰਕੇ
ਅੱਜ ਇੱਥੇ ਬੈਠਾ, ਤੁਸੀਂ ਮੇਰੀ ਇੰਟਰਵਿਊ ਲੈਣ ਆਏ ਹੋ, ਜੀ। ਠੀਕ ਹੈ ਜੀ। ਤੇ ਮੈਨੂੰ ਮਤਲਬ ਆਲ ਓਵਰ ਇੰਡੀਆ ਮੈਨੂੰ ਮੇਰੀ ਪਹਿਚਾਣ ਹੈ, ਜੀ। ਹੁਣ ਪਛਾਣ ਹੋ ਗਈ, ਆਲ ਓਵਰ ਇੰਡੀਆ ਪਛਾਣ ਹੋ ਗਈ ਮੇਰੀ। ਤੇ ਉਹ ਇਸ ਕਰਕੇ ਹੋਈ ਹੈ ਕਿ ਮੈਂ ਕੁਝ ਅਲੱਗ ਕੀਤਾ। ਕਿਤਾਬਾਂ ਲਿਖਣ ਤੋਂ ਬਿਨਾਂ ਤੁਸੀਂ ਰੀਅਲ ਸਟੇਟ ਦਾ ਨਾਂ ਤਾਂ ਸੁਣਿਆ ਹੀ ਹੈ ਵੀ ਰੀਅਲ ਸਟੇਟ ਬਿਜ਼ਨਸ ਹੈ। ਰੀਅਲ ਸਟੇਟ ਐਜੂਕੇਸ਼ਨ ਦਾ ਨਾਂ ਕਦੇ ਨਹੀਂ ਸੁਣਿਆ ਹੋਵੇਗਾ। ਰੀਅਲ ਸਟੇਟ ਐਜੂਕੇਸ਼ਨ ਦੇ ਵਿੱਚ ਮੈਂ ਕੰਮ ਕਰ ਰਿਹਾ ਜੀ। ਮੈਂ ਸਮਝਦਾ ਜੇ ਮੇਰਾ ਨਾਮ ਗੁੰਮਨਾਮ ਹੈ ਸਿਰਫ ਇਸ ਕਰਕੇ ਹੈ ਕਿ ਰੀਅਲ ਸਟੇਟ ਨੂੰ ਆਮ ਜੇ ਅਸੀਂ ਪ੍ਰਪੋਰਸ਼ਨੇਟਲੀ ਲਾਈਏ ਜਿਹੜੀ ਆਬਾਦੀ ਦਾ 10% ਲੋਕ ਪਸੰਦ ਕਰਦੇ ਆ, ਤੇ ਉਹਦੇ ਚੋਂ ਜੇ ਐਜੂਕੇਸ਼ਨ ਲਈਏ ਉਹ 10% ਉਹਨਾਂ ਚੋਂ 1% ਨੂੰ ਪਸੰਦ ਕਰਦੇ ਆ। ਤਾਂ ਮੈਂ 1% ਤੇ ਖੜਿਆ, ਸਮਝੋ 10% ਤੋਂ ਵਿੱਚੋਂ ਵੀ 10% 1% ਤੇ ਖੜਿਆ, ਤਾਂ ਫੇਰ ਵੀ ਮੇਰਾ ਨਾਮ ਬਹੁਤ ਹੈ। ਤੇ ਮੇਰਾ ਨਾਂ ਜਿਹੜੇ ਜਿੱਦਾਂ ਮਤਲਬ ਮੇਰਾ ਨਾਂ ਆ ਰਿਹਾ, ਜਿਵੇਂ ਬੋਰਡ ਹੁੰਦਾ ਨਾ ਪਿੰਡਾਂ ਦੇ ਵਿੱਚ ਬਹੁਤ ਚੌੜੀਆਂ ਜੜ੍ਹਾਂ ਹੋ ਜਾਂਦੀਆਂ ਉਹਦੀਆਂ, ਮੇਰਾ ਉਸ ਤਰੀਕੇ ਦਾ ਨਾਂ ਆ ਰਿਹਾ। ਤੇ ਜਦੋਂ ਮੇਰਾ ਮਤਲਬ ਪ੍ਰੋਪਰ ਨਾਂ ਆ ਗਿਆ ਤਾਂ ਕੋਈ ਵੀ ਦੁਨੀਆ ਦੀ ਨੇਰੀ ਮੈਨੂੰ ਨਹੀਂ ਪੱਟ ਸਕੂਗੀ। ਤੁਹਾਡਾ ਜ਼ਿੰਦਗੀ ਦਾ ਇੱਕ ਮਕਸਦ ਹੈ ਕਿ ਜਿਹੜਾ ਨੌਜਵਾਨ ਵਰਗ ਹੈ ਜਾਂ ਨਵੀਂ ਪਨੀਰੀ ਹੈ ਜਾਂ ਸਾਡਾ ਦੇਸ਼ ਹੈ, ਵੀ ਤੁਹਾਡਾ ਮੁੱਖ ਮੁੱਦਾ ਹੈ ਲੋਕ ਬਿਜ਼ਨਸ ਕਿਵੇਂ ਕਰਨ, ਲੋਕ ਕੰਮ ਕਿਵੇਂ ਕਰਨ, ਕਿਉਂ ਕਰਨ, ਲੋਕ ਪੈਸਾ ਕਿਵੇਂ ਕਮਾਉਣ। ਤੇ ਤੁਹਾਡੀਆਂ ਗੱਲਾਂ ਫਿਰ ਸਾਹਿਤਕਾਰ ਵਾਲੇ ਪਾਸੇ ਹਾਜ਼ਮ ਹੀ ਨਹੀਂ ਹੁੰਦੀਆਂ ਨਾ। ਹਾਂ ਬਿਲਕੁਲ ਠੀਕ ਹੈ। ਅੱਜ ਮੁੱਕ ਕਿੱਥੋਂ ਹੋਣਗੀਆਂ ਉਹ ਗੱਲਾਂ, ਉਹ ਉਹਨਾਂ ਦੇ ਉੱਪਰੋਂ ਲੰਘ ਜਾਂਦੀਆਂ। ਹਾਲਾਂਕਿ ਕਈ ਬੰਦਿਆਂ ਨੇ ਮੇਰੀ ਕਿਤਾਬਾਂ ਪੜ੍ਹੀਆਂ ਸਾਹਿਤਕਾਰਾਂ ਨੇ, ਉਹ ਕਹਿੰਦੇ ਤੁਹਾਡਾ ਡਰਾਈ ਸਬਜੈਕਟ ਹੈ, ਤੁਹਾਡਾ ਮਤਲਬ ਖੁਸ਼ਕ ਸਬਜੈਕਟ ਹੈ। ਕਹਿੰਦੇ ਫਿਰ ਵੀ ਅਸੀਂ ਇੱਕ ਸਿਟਿੰਗ 'ਚ ਪੜ੍ਹ ਗਏ। ਮਤਲਬ ਸਬਜੈਕਟ ਭਾਵੇਂ ਚਾਹੇ ਮੇਰਾ ਡਰਾਈ ਹੈ, ਲੇਕਿਨ ਜਿਹੜੇ ਬੰਦੇ ਪੜ੍ਹਨ ਵਾਲੇ ਹੈ ਉਹਨਾਂ ਨੂੰ ਇੰਨਾ ਇੰਟਰਸਟ ਉਹਦੇ 'ਚ ਪੈਦਾ ਹੋਇਆ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ। ਸੰਜੇ ਧੀਮਾਨ ਦਿੱਲੀ ਤੋਂ ਮੈਨੂੰ फ़ोन आया, कहता सर मैं आपके साथ बात करना चाहता हूँ। मैं समझ गया, मैं कहने मेरी किताब पढ़ी होनी है। मैं कहा आपने मेरी किताब पढ़ी है? कहता सर किताब ना कहो इसको, इट इज़ ए ग्रंथ फॉर मी। कहता मैंने अपने पूजा रूम में रखी हुई है। कहता जैसे मैं दूसरी किताबों को धूपबत्ती करता हूँ ना, इसी तरीके से आपकी किताब को भी धूपबत्ती करता हूँ, क्योंकि मेरे को रोजगार, मेरे को रोटी खाना सिखा रही है जी। उतो एक हैदराबाद तो फ़ोन आया डॉक्टर का, कहता सर मैं डॉक्टर हूँ, फिजिशियन हूँ, मैं आपकी किताब पढ़ता हूँ और रोज़ क्लिनिक पे जाने से पहले मैं आपकी किताब को अपनी छाती से लगा के जाता हूँ। मैं जे ਇਹੋ ਜਿਹੇ ਕਮੈਂਟ ਮੈਨੂੰ ਮਿਲਦੇ, ਮੈਨੂੰ ਕਵਿਤਾਵਾਂ ਲੇਖ ਕਹਾਣੀਆਂ ਲਿਖਣ ਦੀ ਮੈਨੂੰ ਲੋੜ ਨਹੀਂ ਯਾਰ, ਤੇ ਮੈਂ ਲਿਖਣਾ ਵੀ ਨਹੀਂ ਚਾਹੁੰਦਾ, ਕਿਉਂਕਿ ਮੈਂ ਸਮਝਦਾ ਉੱਥੇ ਸਾਰਾ ਟਾਈਮ ਖਰਾਬ ਹੀ ਹੈ। ਉੱਥੇ ਤੁਹਾਨੂੰ ਅੰਦਰੋਂ ਅਹਿਸਾਸ ਤਾਂ ਹੋ ਜਾਏਗਾ, ਲੇਕਿਨ ਤੁਹਾਨੂੰ ਰਸਤਾ ਕਿਹੜੇ ਚੱਲਣਾ ਉਹ ਨਹੀਂ ਦੱਸ ਰਹੇ ਯਾਰ। ਆਪਾਂ ਕਹਿੰਦੇ ਨੇ ਵੀ ਕਾਮਯਾਬ ਬਣੋ, ਉਹ ਯਾਰ ਬਣੋ ਕਿੱਦਾਂ, ਕੋਈ ਰਸਤਾ ਤਾਂ ਦਿਓ ਨਾ, ਬਲੂਪ੍ਰਿੰਟ ਤਾਂ ਦਿਓ ਨਾ। ਮੇਰੀਆਂ ਕਿਤਾਬਾਂ ਤੁਹਾਨੂੰ ਬਲੂਪ੍ਰਿੰਟ ਦੇ ਰਹੀਆਂ ਜੀ, ਦੂਜੀਆਂ ਕਿਤਾਬਾਂ ਬਲੂਪ੍ਰਿੰਟ ਨਹੀਂ ਦੇ ਰਹੀਆਂ। ਪੰਗਾ ਇਹ ਇਸ ਕਰਕੇ ਪੰਗਾ, ਉਹ ਤਾਂ ਹੀ ਕਹਿੰਦੇ ਵੀ ਸਾਡੀ ਕਵਿਤਾ ਦੀ ਕਿਤਾਬ ਹੈ ਜੀ 220 ਕੀ 320 ਕੀ ਕਿਹਦੀ ਸਾਡੀਆਂ। ਮੈਂ ਕਹਿੰਦਾ ਹੁਣ ਵੀ ਤੁਸੀਂ ਅੱਜ ਮੇਰਾ WhatsApp ਚੈੱਕ ਕਰ ਲਓ ਕਿੰਨੀਆਂ ਕਿਤਾਬਾਂ ਦੇ ਆਰਡਰ ਹੈ। ਇਸੇ ਕਰਕੇ ਹੀ ਕਿਤਾਬ ਵਿਕਦੀ ਹੈ ਕਿ ਅਸੀਂ ਲੋਕਾਂ ਨੂੰ ਆਪਣੇ ਵਰਗਾ ਬਣਾਉਣ ਦੀ, ਆਪਣੇ ਵਰਗਾ ਮਤਲਬ ਜੇ ਅਸੀਂ ਜ਼ੀਰੋ ਤੋਂ ਉੱਠ ਕੇ ਹੀਰੋ ਬਣੇ ਆ, ਅਸੀਂ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦ ਕਿ ਸਾਹਿਤਕਾਰ ਆ ਜਿਹੜੇ ਉਹ ਜੋ ਆਪ ਵੀ ਭੁੱਖ ਨੰਗ ਦੇ ਵਿੱਚ ਘੁਲ ਰਹੇ ਆ, ਤੇ ਲੋਕਾਂ ਨੂੰ ਦੂਸਰਿਆਂ ਨੂੰ ਵੀ ਕੀ ਦੇਣਾ ਉਹਨਾਂ ਨੇ। ਹੁਣ ਕਵਿਤਾਵਾਂ ਲਿਖੀ ਜਾਂਦੇ ਆ ਜੀ ਮੇਰੇ ਉਸਤਾਦ ਹੈ ਜੀ ਮੇਰੇ ਪੁਰਾਣਾ। ਮੈਂ ਕਿਹਾ ਉਸਤਾਦ ਤਾਂ ਉਹ ਹੁੰਦਾ ਜਿਹੜਾ ਬੰਦੇ ਨੂੰ ਰੋਟੀ ਖਾਣਾ ਸਿਖਾਏ, ਹੈ ਨਾ। ਰੋਟੀ ਖਾਣਾ ਸਿਖਾਏ ਫਿਰ ਤਾਂ ਉਸਤਾਦ ਹੈਗਾ, ਜੇ ਰੋਟੀ ਖਾਣਾ ਨਹੀਂ ਸਿਖਾ ਸਕਦੇ ਫਿਰ ਕਾਹਦਾ ਉਸਤਾਦ ਯਾਰ, ਨਾ ਐਵੇਂ ਆਪਣੇ ਆਪ ਨੂੰ ਉਸਤਾਦ ਕਹੀ। ਇੱਕ ਰਾਜਬੰਤ ਮੁਹਾਲੀ ਕਾਮਯਾਬ ਇਨਸਾਨ ਇਹ ਗੱਲਾਂ ਕਰ ਰਿਹਾ। ਅਸੀਂ ਚਾਹੁੰਦੇ ਆ ਵੀ ਜਿਹੜੀ ਜਵਾਨੀ ਹੈ, ਜਵਾਨ ਮੁੰਡੇ ਕੁੜੀਆਂ ਨੇ, ਉਹ ਬਿਜ਼ਨਸ ਦੇ ਰਾਹ ਤੁਰਨ। ਸਾਡੇ ਸਮਾਜ ਦੇ ਵਿੱਚ, ਸਾਡੇ ਇੰਡੀਅਨ ਕਲਚਰ ਦੇ ਵਿੱਚ ਇੱਕ ਗੱਲ ਬਚਪਨ ਤੋਂ ਸਮਝਾਈ ਜਾਂਦੀ ਹੈ, ਧੀ ਨੂੰ ਕਿਹਾ ਜਾਂਦਾ, ਪੁੱਤ ਨੂੰ ਕਿਹਾ ਜਾਂਦਾ ਵੀ ਪੜ੍ਹੋ ਤੇ ਨੌਕਰੀ ਕਰੋ। ਪਰ ਤੁਸੀਂ ਇਹਦੇ ਬਿਲਕੁਲ ਉਲਟ ਹੋ। ਤੁਸੀਂ ਕਹਿੰਦੇ ਹੋ ਨੌਕਰ ਨਾ ਬਣੋ, ਮਾਲਕ ਬਣੋ। ਹਾਂ ਇਹਦਾ ਕਾਰਨ ਹੈ ਸੁਖੀ ਜੀ। ਜਵਾਨੀ ਨੂੰ ਤੁਸੀਂ ਉਸ ਸਮੇਂ ਜਵਾਨੀ ਤੁਸੀਂ ਵੀ ਤਾਂ ਨੌਕਰੀ ਕੀਤੀ ਸੀ, ਮੈਨੂੰ ਲੱਗਦਾ ਵੀ ਇੱਕ ਵਾਰੀ ਮੈਂ ਜੇ ਮੈਂ ਨੌਕਰੀ ਕੀਤੀ ਤਾਂ ਮੈਂ ਨੌਕਰੀ ਛੱਡੀ ਵੀ। ਹੁਣ ਜਿਹੜੇ ਬੰਦੇ ਨੌਕਰੀ ਕਰ ਰਹੇ ਆ ਤੁਸੀਂ ਉਹਨਾਂ ਕੋਲ ਆਪਣਾ ਮਾਈਕ ਲੈ ਕੇ ਜਾਓ, ਮੇਰੀ ਇੰਟਰਵਿਊ ਕਰਨਾ ਹੈ ਨਾ, ਜਿਹੜੇ ਬੰਦੇ ਨੌਕਰੀ ਕਰ ਰਹੇ ਉਹਨਾਂ ਕੋਲ ਜਾਓ, ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੀ ਹਾਲ ਹੈ, ਤੁਸੀਂ ਸੈਟੀਸਫਾਈਡ ਹੋ? ਤੁਹਾਨੂੰ 1% 2% ਬੰਦੇ ਵੀ ਨਹੀਂ ਕਹਿਣਗੇ ਅਸੀਂ ਸੈਟੀਸਫਾਈਡ ਹਾਂ। ਮਤਲਬ ਮੈਂ ਇਹ ਗੱਲ ਕਹਿਣਾ ਵੀ ਇੰਨੀ ਮਿਹਨਤ ਕਰਕੇ ਇੰਨਾ ਕੁਝ ਕਰਨ ਤੋਂ ਬਾਅਦ ਨੌਕਰੀ ਹਾਸਲ ਕਰ ਲਈ, ਪਹਿਲੀ ਗੱਲ ਤਾਂ ਨੌਕਰੀ ਮਿਲਦੀ ਨਹੀਂ। ਸਾਡੇ ਕੋਲ ਗਵਰਨਮੈਂਟ ਕੋਲ ਇੰਨੇ ਜ਼ਿਆਦਾ ਸੰਸਾਧਨ ਹੀ ਨਹੀਂ ਕਿ ਸਾਨੂੰ ਸਾਰਿਆਂ ਨੂੰ ਨੌਕਰੀ ਦੇ ਦੇਣ। ਜੇ ਨੌਕਰੀ ਮਿਲਦੀ ਵੀ ਹੈ ਉਹਦੇ 'ਚ ਗੁਜ਼ਾਰਾ ਨਹੀਂ, ਕਿਉਂਕਿ ਮੇਰੀ ਜਿਹੜੀ ਕਿਤਾਬ ਬਿਨਾਂ ਜਨੂਨ ਨਹੀਂ ਸਕੂਨ ਜਿਹੜੀ ਤੁਸੀਂ ਪੜ੍ਹੀ ਹੈ, ਉਹਦੇ 'ਚ ਮੈਂ ਇੱਕ ਇਨਕਮ ਡਾਟਾ ਅੰਕੜਾ ਦਿੱਤਾ ਹੋਇਆ, ਇਨਕਮ ਡਾਟਾ ਦਿੱਤਾ ਹੋਇਆ ਉਹਦੇ 'ਚ ਵੀ 1940 ਦੇ ਵਿੱਚ ਜਿਹੜਾ ਬੰਦਾ 10 ਰੁਪਏ ਕਮਾਉਂਦਾ ਸੀ, ਉਹੀ 1960 ਦੇ ਵਿੱਚ 100 ਰੁਪਏ ਕਮਾਉਂਦਾ ਸੀ। 1980 ਦੇ ਵਿੱਚ ਉਹਨੇ 1000 ਰੁਪਏ ਕਮਾਇਆ, ਤੇ 2000 ਦੇ ਵਿੱਚ ਉਹਨੇ 10000 ਕਮਾਇਆ, ਤੇ 2020 ਦੇ ਵਿੱਚ 1 ਲੱਖ ਰੁਪਇਆ ਕਮਾਏਗਾ ਉਹ ਬੰਦਾ, ਉਨੇ ਪੈਸੇ ਕਮਾਏਗਾ ਜਿੰਨਾ ਬੰਦਾ 1940 'ਚ 10 ਰੁਪਏ ਕਮਾਉਂਦਾ ਸੀ।
ਜੇ 1940 ਵਾਲਾ ਬੰਦਾ ਅਮੀਰ ਨਹੀਂ ਹੋ ਸਕਿਆ, ਉਹ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਨਹੀਂ ਸੀ ਜੀ ਸਕਦਾ, ਕਿਉਂਕਿ 10 ਰੁਪਏ ਤਨਖਾਹ ਫੌਜੀਆਂ ਦੀ ਹੁੰਦੀ ਸੀ, ਕਲਰਕਾਂ ਦੀ ਹੁੰਦੀ ਸੀ, ਕਿਸੇ ਹੋਰ ਕਲਾਸ 3 ਵਾਲਿਆਂ ਦੀ ਹੁੰਦੀ ਸੀ, ਹੈ ਨਾ। ਤੇ ਜੇ ਉਹ ਬੰਦਾ 10 ਰੁਪਏ 'ਚ ਅਮੀਰ ਨਹੀਂ ਹੋ ਸਕਿਆ, ਤਾਂ ਤੁਸੀਂ 2020 ਦੇ ਵਿੱਚ 1 ਲੱਖ ਰੁਪਏ ਕਮਾਉਣ ਵਾਲਾ ਬੰਦਾ ਵੀ ਅਮੀਰ ਨਹੀਂ ਹੋ ਸਕਦਾ। ਤੇ ਹੁਣ 2020 ਤੋਂ 2040 ਦੀ ਗੱਲ ਕਰੀਏ, ਇਹੀ ਅੰਕੜਾ ਜਿਹੜਾ ਹੈਗਾ 20 ਸਾਲ ਦੇ ਸਪੈਨ ਦੇ ਵਿੱਚ, 20 ਸਾਲ ਦੇ ਵਕਫੇ ਦੇ ਵਿੱਚ 10 ਗੁਣਾ ਵਧ ਰਿਹਾ। ਤੇ ਜੇ ਆਪਾਂ 2040 ਦੀ ਗੱਲ ਕਰੀਏ, ਇਹ 10 ਲੱਖ ਰੁਪਏ ਸੈਲਰੀ ਆਏਗੀ। ਹੁਣ ਨਾ ਨੌਮਨ ਤੇਲ ਹੋਵੇ, ਨਾ ਰਾਧਾ ਨੱਚੇ, ਨਾ ਤੁਹਾਨੂੰ 10 ਲੱਖ ਰੁਪਏ ਸੈਲਰੀ ਮਿਲਣੀ 2040 ਚ, ਜਾਂ 2020 ਦੇ ਵਿੱਚ 1 ਲੱਖ ਰੁਪਏ ਸੈਲਰੀ ਮਿਲਣੀ, ਨਾ ਤੁਹਾਡਾ ਗੁਜ਼ਾਰਾ ਹੋਣਾ। ਪਹਿਲੀ ਗੱਲ ਤਾਂ ਇਹ ਹੈ ਵੀ 1 ਲੱਖ ਰੁਪਇਆ ਸੈਲਰੀ ਤੱਕ ਪਹੁੰਚਣਾ ਹੀ ਬਹੁਤ ਮੁਸ਼ਕਿਲ ਹੈ, ਕਿਉਂਕਿ ਜਿਹੜੀਆਂ ਆਮ ਨੌਕਰੀਆਂ ਹੈਗੀਆਂ 10,000 15,000 20,000 ਤੇ ਜਾ ਕੇ ਸਿਮਟ ਜਾਂਦੀਆਂ। ਉਸ ਤੋਂ ਬਾਅਦ ਜੇ ਕੋਈ ਬੰਦਾ ਲੱਖ ਰੁਪਏ ਕਮਾਉਂਦਾ ਵੀ ਹੈ, ਮੇਰੇ ਨਾਲ ਤੁਸੀਂ ਚੱਲੋ, LIC, ਬਿਜਲੀ ਬੋਰਡ, ਬੈਂਕ, ਇਹ ਸਾਰੇ ਬੰਦੇ ਲੱਖ ਲੱਖ ਰੁਪਏ ਦੇ ਨੇੜੇ ਸੈਲਰੀ ਲੈਂਦੇ ਆ। ਮੈਨੂੰ ਇਹ ਦੱਸਣ ਕਿ ਅਸੀਂ ਕਦੇ 5 ਸਟਾਰ ਹੋਟਲ ਦੇ ਵਿੱਚ ਖਾਣਾ ਖਾਇਆ, ਕਿ ਆਪਣੀ ਮਰਜ਼ੀ ਦੀ ਕਾਰ ਰੱਖੀ ਹੈ, ਜਾਂ ਸਵਿਫਟ ਨੂੰ ਕਹੀ ਜਾਂਦੇ ਆਪਾਂ ਲੱਕੀ ਗੱਡੀ ਹੈ, ਸਵਿਫਟ ਨੂੰ ਕਹੀ ਜਾਂਦੇ ਵੀ ਇਹ ਲੱਕੀ ਗੱਡੀ ਹੈ ਜੀ, ਹੈ ਨਾ। ਲੱਕੀ ਕਿਉਂ ਹੈ? ਕਿਉਂ ਆਪਣੀ ਜੇਬ 'ਚ ਪੈਸੇ ਨਹੀਂ। ਤੇ ਜੇ ਆਪਾਂ ਘਰ ਜਿਹੜੇ ਘਰ 'ਚ ਰਹਿ ਰਹੇ ਹਾਂ, ਕੀ ਆਪਾਂ ਨੂੰ ਉਹ ਘਰ ਪਸੰਦ ਹੈ ਆਪਾਂ ਨੂੰ? ਜਿੱਥੇ ਆਪਾਂ ਬੱਚੇ ਪੜ੍ਹਾ ਰਹੇ ਹਾਂ, ਸੁਖੀ ਜੀ ਤੁਸੀਂ ਆਪਣੇ ਬੱਚੇ ਨੂੰ ਪੜ੍ਹਾ ਰਹੇ ਹੋ, ਬਰੇਟੇ ਪੜ੍ਹਾ ਰਹੇ ਹੋ, ਕਿੱਥੇ ਪੜ੍ਹਾ ਰਹੇ ਹੋ? ਕੀ ਤੁਸੀਂ ਉੱਥੇ ਹੀ ਜਾਂਦੇ ਬੱਚਿਆਂ ਨੂੰ ਪੜ੍ਹਾਉਣਾ ਆਪਣੇ ਨੂੰ, ਜਾਂ ਮਜਬੂਰੀ 'ਚ ਪੜ੍ਹਾ ਰਹੇ ਹੋ? ਮੇਰੀਆਂ 4 ਗੱਲਾਂ ਜਵਾਬ ਦੇ ਦਿਓ ਯਾਰ, ਫਿਰ ਮੈਂ ਤੁਹਾਡੇ ਪਿੱਛੇ ਲੱਗ ਜਾਊਂਗਾ, ਨਹੀਂ ਤਾਂ ਤੁਸੀਂ ਮੇਰੇ ਪਿੱਛੇ ਲੱਗ ਜਾਓ। ਨੌਕਰੀ ਛੱਡਣ ਵੇਲੇ ਪਰਿਵਾਰ ਦਾ ਪ੍ਰਭਾਵ ਕਿਹੋ ਜਿਹਾ ਸੀ? ਮੈਂ ਸੱਚੀ ਗੱਲ ਤਾਂ ਹੈ ਵੀ ਮੈਂ ਮੇਰੀ ਵਾਈਫ ਤੋਂ ਬਿਨਾਂ ਕਿਸੇ ਨੂੰ ਦੱਸਿਆ ਹੀ ਨਹੀਂ ਵੀ ਮੈਂ ਨੌਕਰੀ ਛੱਡੀ ਹੈ। ਉਹ ਗੱਲ ਲੱਗ ਹੈ ਕਿ ਮੇਰਾ ਇੱਥੇ ਨੇੜੇ ਮਤਲਬ ਰਿਸ਼ਤੇਦਾਰੀਆਂ ਹੋਣ ਕਰਕੇ ਸੁਹਾਣੇ ਬੈਂਕ ਦੇ ਵਿੱਚ ਹੀ ਮੇਰੀ ਡਿਊਟੀ ਸੀ ਇੱਥੇ, ਤੇ ਉਹ ਮੇਰੇ ਕਈ ਜੀਜਾ ਜੀ ਆ ਗਏ, ਤੁਰਦੇ ਫਿਰਦੇ ਆ ਗਏ, ਉਹਨਾਂ ਤੋਂ ਪਤਾ ਲੱਗਦਾ ਸੀ ਬੈਂਕ ਵਾਲਿਆਂ ਤੋਂ ਕਿ ਉਹ ਤਾਂ ਆ ਹੀ ਨਹੀਂ ਰਿਹਾ। ਤੇ ਮੈਂ ਘਰ ਦੱਸਿਆ ਹੀ ਨਹੀਂ, ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਘਰਦਿਆਂ ਨੇ ਉਹੀ ਜਿਵੇਂ ਆਮ ਲੋਕਾਂ ਨੂੰ ਪੜ੍ਹਾਇਆ ਜਾਂਦਾ ਕਿ ਪੜ੍ਹ ਲੈ ਲਿਖ ਲੈ, ਸਰਕਾਰੀ ਨੌਕਰੀ ਮਿਲ ਜੂ, ਸਰਕਾਰੀ ਨੌਕਰੀ ਵਰਗੀ ਗੱਲ ਹੀ ਕੋਈ ਨਹੀਂ। ਉਹ ਮੇਰੇ ਤੇ ਵੀ ਮੈਨੂੰ ਵੀ ਲੈਕਚਰ ਸੁਣਨਾ ਪੈਂਦਾ ਸੀ ਘਰ ਤੋਂ, ਇਸ ਕਰਕੇ ਮੈਂ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਆਪਣੀ ਵਾਈਫ ਨੂੰ ਸਿਰਫ ਦੱਸਿਆ ਸੀ, ਤੇ ਵਾਈਫ ਨੇ ਮੈਨੂੰ ਕਿਹਾ ਵੀ ਠੀਕ ਹੈ, ਜੋ ਤੂੰ ਕਰਨਾ ਕਰ ਲੈ, ਮੈਨੂੰ ਕੋਈ ਦਿੱਕਤ ਨਹੀਂ, ਆਪਾਂ 2 ਰੋਟੀਆਂ ਖਾਣੀਆਂ। ਤੇ ਮੈਂ ਮਤਲਬ ਇਹ ਮਹਿਸੂਸ ਕੀਤਾ ਆਪਣੀ ਨੌਕਰੀ 'ਚ, ਜੇ ਮੈਂ ਕੇਲਿਆਂ ਦੀ ਰੇਹੜੀ ਲਾ ਲਾਂਗਾ ਤਾਂ ਕੇਲਿਆਂ ਦੀ ਰੇਹੜੀ ਵਾਲਾ ਜ਼ਿਆਦਾ ਪੈਸੇ ਕਮਾ ਸਕਦਾ ਮੈਂ ਇਹਦੇ 'ਚੋਂ। ਜੇ ਮੈਂ ਕੇਲਿਆਂ ਦੀ ਰੇਹੜੀ ਲਾ ਕੇ ਵੇਚਣ ਸ਼ੁਰੂ ਕਰਾਂ ਤਾਂ ਮੈਂ ਨੌਕਰੀ ਨਾਲੋਂ ਜ਼ਿਆਦਾ ਪੈਸੇ ਕਮਾ ਸਕਦਾ ਸੀ। ਤਾਂ ਫਿਰ ਮੈਂ ਸੋਚਿਆ ਵੀ ਯਾਰ ਆਪਾਂ ਨੂੰ ਕੇਲਿਆਂ ਦੀ ਰੇਹੜੀ ਲਾਣੀ ਮਨਜ਼ੂਰ, ਪਰ ਨੌਕਰੀ ਨਹੀਂ ਕਰਨੀ। ਦੂਜੇ ਨੰਬਰ ਤੇ ਨੌਕਰੀ ਦਾ ਮਤਲਬ ਜੇ ਅਸੀਂ ਹੁਣ ਨੌਕਰੀ ਕਰ ਰਹੇ ਹਾਂ, ਕਿਸੇ ਵਾਸਤੇ ਕਰ ਰਹੇ ਹਾਂ, ਤਾਂ ਸਾਡੀ ਗਰੋਥ ਕਦੋਂ ਹੋਣੀ ਆ? ਅਸੀਂ ਕਦੋਂ ਵਿਕਸਿਤ ਹੋਣਾ? ਕਦੇ ਵੀ ਨਹੀਂ। ਅਸੀਂ ਲੋਕਾਂ ਵਾਸਤੇ ਕੰਮ ਕਰਾਂਗੇ, ਲੋਕ ਵਿਕਸਿਤ ਹੋਣਗੇ ਨਾ, ਲੋਕ ਹੀ ਵਿਕਸਿਤ ਹੋਣਗੇ ਨਾ, ਫਿਰ ਲੋਕਾਂ ਨੂੰ ਵਿਕਸਿਤ ਥੋੜ੍ਹੀ ਕਰਨਾ ਯਾਰ ਅਸੀਂ। ਜੇ ਮੈਂ ਨੌਕਰੀਆਂ ਪੈਦਾ ਕਰ ਸਕਦਾ ਜੀ, ਤਾਂ ਫਿਰ ਮੈਨੂੰ ਨੌਕਰੀ ਮੰਗਣ ਦੀ ਲੋੜ ਨਹੀਂ ਹੈ। ਘੱਟੋ ਘੱਟ ਮੇਰਾ ਇਹ ਕੰਟਰੀਬਿਊਸ਼ਨ ਤਾਂ ਰਹੇ ਨਾ ਸਮਾਜ ਨੂੰ ਕਿ ਯਾਰ ਮੈਂ ਨੌਕਰੀ ਨਹੀਂ ਲੈਣੀ। ਮੈਂ ਆਪਣੇ ਬੱਚਿਆਂ ਨੂੰ ਵੀ ਕਹਿੰਦਾ ਵੀ ਤੁਸੀਂ ਬਿਲਕੁਲ ਕੋਈ ਨੌਕਰੀ ਵਾਸਤੇ ਅਪਲਾਈ ਨਹੀਂ ਕਰਨਾ, ਜੋ ਮਰਜ਼ੀ ਕਰੋ। ਸਹੁਰਿਆਂ ਨੇ ਤਾਂ ਰਾਜਵੰਤ ਮਹਾਲੀ ਇੱਕ ਬੈਂਕ ਦਾ ਕਰਮਚਾਰੀ ਸੀ, ਕੁੜੀ ਉਹਦੇ ਨਾਲ ਵਿਆਹੀ ਸੀ, ਤੇ ਤੁਸੀਂ ਉਸੇ ਕੁੜੀ ਨੂੰ ਕਹਿੰਦਾ ਮੈਂ ਨੌਕਰੀ ਛੱਡਤੀ। ਨਹੀਂ, ਉਹਦੇ ਨਾਲ ਕੀ ਫਰਕ ਪੈਂਦਾ ਯਾਰ? ਨੌਕਰੀ ਛੱਡੀ ਹੈ, ਠੀਕ ਹੈ, ਥੋੜਾ ਹੇਠ ਉੱਪਰ ਹੋ ਜਾਂਦਾ, ਕਈ ਵਾਰੀ ਹੋ ਜਾਂਦਾ। ਮੇਰੀ ਸਿੰਸੀਅਰਿਟੀ ਤਾਂ ਨਹੀਂ ਛੱਡੀ ਨਾ। ਜੇ ਤਾਂ ਮੈਂ ਨੌਕਰੀ ਛੱਡ ਕੇ ਸ਼ਰਾਬ ਪੀਣ ਲੱਗ ਗਿਆ ਹੋਵਾਂ, ਕਿਤੇ ਗਲਤ ਕੰਮ ਦੇ ਵਿੱਚ ਪੈ ਗਿਆ ਹੋਵਾਂ, ਕਿਸੇ ਹੋਰ ਮਤਲਬ ਗਲਤ ਸੰਗਤ 'ਚ ਪੈ ਗਿਆ ਹੋਵਾਂ, ਫਿਰ ਤਾਂ ਉਹਨਾਂ ਨੂੰ ਕੋਈ ਸ਼ਿਕਾਇਤ ਹੋਵੇ। ਜੇ ਉਹਨਾਂ ਦੀ ਕੁੜੀ ਪਹਿਲਾਂ ਸਾਡੇ ਨਾਲ ਸਕੂਟਰ 'ਤੇ ਜਾਂਦੀ ਸੀ, ਤੇ ਨੌਕਰੀ ਛੱਡਣ ਤੋਂ ਬਾਅਦ ਸਕਾਰਪੀਓ ਗੱਡੀ ਜਾ ਰਹੀ ਹੈ, ਜਾਂ ਸਕੋਡਾ ਗੱਡੀ 'ਚ ਜਾ ਰਹੀ ਹੈ, ਲੋਰਾ ਗੱਡੀ ਜਾ ਰਹੀ ਹੈ, ਕਰੋਲਾ ਗੱਡੀ ਜਾ ਰਹੀ ਹੈ, ਤਾਂ ਉਹਨਾਂ ਨੂੰ ਤਕਲੀਫ ਹੋਊਗੀ ਕਿ ਖੁਸ਼ੀ ਹੋਊਗੀ? ਉਹਨਾਂ ਨੂੰ ਤਾਂ ਖੁਸ਼ੀ ਹੋਣੀ ਹੈ ਨਾ ਇਸ ਗੱਲ ਦੀ ਕਿ ਅਸੀਂ ਕਿਹੜਾ ਆਪਣੇ ਬੱਚੇ ਨੂੰ ਦੇਖ ਕੇ। ਆਪਣੇ ਪਰਿਵਾਰ 'ਚ ਕੌਣ ਨੇ? ਸਾਡੇ ਪਰਿਵਾਰ ਦੇ ਵਿੱਚ ਮੇਰੇ ਵਾਈਫ ਹੈ, ਮੇਰੇ 2 ਬੇਟੀਆਂ, 1 ਬੇਟਾ। ਕੀ ਤੁਸੀਂ ਆਪਣੇ ਬੱਚਿਆਂ ਨੂੰ ਨੌਕਰੀ ਕਰਨ ਨੂੰ ਤਰਜੀਹ ਦੇ ਰਹੇ ਹੋ ਅੱਜ, ਜਾਂ ਉਹਨਾਂ ਨੂੰ ਤੁਸੀਂ ਬਿਜ਼ਨਸ ਕਰਨ ਨੂੰ ਤਰਜੀਹ ਦੇ ਰਹੇ ਹੋ? ਮੈਂ ਤਾਂ ਬਿਲਕੁਲ ਕਦੇ ਵੀ ਨਹੀਂ ਕਹੂੰਗਾ ਵੀ ਮੇਰੇ ਬੱਚੇ ਨੌਕਰੀ ਕਰਨ। ਮੈਂ ਤਾਂ ਨਹੀਂ ਚਾਹੁੰਦਾ। ਉਂਝ ਠੀਕ ਹੈ, ਬੱਚਿਆਂ ਨੇ ਕਿਤੇ ਬਾਹਰ ਜਾਣਾ, ਘੁੰਮਣਾ ਫਿਰਨਾ, ਘੁੰਮ ਫਿਰ ਆਓ, ਨੌਕਰੀ ਕਰਨ ਵਾਸਤੇ ਨਾ ਜਾਓ। ਉਹਨਾਂ ਨੂੰ ਤੁਸੀਂ ਕੀ ਗੁੜੀਆਂ ਨੂੰ ਕੀ ਕਹਿ ਰਹੇ ਹੋ, ਬੇਟੇ ਨੂੰ ਕੀ ਕਹਿ ਰਹੇ ਹੋ? ਮੈਂ ਬੇਟੀਆਂ ਨੂੰ ਵੀ ਇਹੀ ਕਹਿੰਦਾ ਕਿ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋ, ਇੰਡੀਪੈਂਡੈਂਟ ਕਰੋ। ਕੀ ਆ ਤੁਹਾਡਾ ਦਿਮਾਗ ਹੈ, ਕਿੱਥੇ ਤੋਂ ਕਿਤੇ ਜਿੱਥੇ ਮਰਜ਼ੀ ਤੁਸੀਂ ਪਹੁੰਚ ਜਾਓ ਦਿਮਾਗ ਨਾਲ। ਸਰੀਰ ਦੇ 2 ਹਿੱਸੇ ਹੈ, ਇਹ ਗਰਦਨ ਤੋਂ ਥੱਲੇ ਇਹ 400 ਰੁਪਏ ਦਿਹਾੜੀ ਵਾਲਾ, ਤੇ ਸਰੀਰ ਤੋਂ ਉੱਪਰ ਜਿਹੜਾ ਹੈਗਾ ਦਿਮਾਗ ਹੈ, ਇਹ ਭਾਵੇਂ ਤੁਸੀਂ ਲੱਖ ਰੁਪਏ ਰੋਜ਼ ਕਮਾ ਲਓ, ਭਾਵੇਂ 10 ਲੱਖ ਰੁਪਏ ਰੋਜ਼ ਕਮਾ ਲਓ। ਜੇ ਤੁਸੀਂ ਦਿਮਾਗ ਵਰਤੋਗੇ ਤਾਂ ਪੈਸੇ ਜਿੰਨੇ ਮਰਜ਼ੀ ਕਮਾ ਸਕਦੇ ਹੋ। ਜੇ ਤੁਸੀਂ ਦਿਮਾਗ ਨਹੀਂ ਵਰਤਣਾ, ਫਿਰ ਰੇਹੜੀ ਚਲਾਈ ਜਾਓ, ਫਿਰ ਰਿਕਸ਼ਾ ਚਲਾਈ ਜਾਓ, ਜੋ ਮਰਜ਼ੀ ਚਲਾਈ ਜਾਓ, ਫਿਰ ਥੱਲੇ ਵਾਲੇ ਹੀ 400 ਰੁਪਏ। ਮੈਂ ਤਾਂ ਕਹਿੰਦਾ ਦਿਮਾਗ ਨੂੰ ਖੋਲ੍ਹ ਕੇ ਕੰਮ ਕਰੋ। ਜੇ ਤੁਹਾਡਾ ਦਿਮਾਗ ਖੁੱਲ੍ਹਾ ਰਹੇਗਾ, ਫਿਰ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਜੇ ਦਿਮਾਗ ਖੁੱਲ੍ਹਾ ਰਹੇਗਾ, ਫਿਰ ਤੁਸੀਂ ਆਪਣੀ ਸੇਵਾ ਕਰ ਸਕਦੇ ਹੋ, ਆਪਣੇ ਪਰਿਵਾਰ ਦੀ ਸੇਵਾ ਕਰ ਸਕਦੇ ਹੋ, ਆਪਣੇ ਸਮਾਜ ਦੀ ਸੇਵਾ ਕਰ ਸਕਦੇ ਹੋ, ਆਪਣੇ ਸੂਬੇ ਦੀ ਸੇਵਾ ਕਰ ਸਕਦੇ ਹੋ, ਆਪਣੇ ਦੇਸ਼ ਦੀ ਸੇਵਾ ਕਰ ਸਕਦੇ ਹੋ, ਦੁਨੀਆ ਦੀ ਸੇਵਾ ਕਰ ਸਕਦੇ ਹੋ। ਜੇ ਤੁਹਾਡੇ ਕੋਲ ਆਪਣੇ ਖਾਣ ਜੋਗੇ ਆਪਣੀ ਰੋਟੀ ਨਹੀਂ ਹੈ, ਤਾਂ ਫਿਰ ਤੁਸੀਂ ਕਿਸੇ ਦੀ ਕੀ ਸੇਵਾ ਕਰਨੀ ਹੈ? ਤੇ ਆਪਣੀ ਜੇ ਬੰਦਾ ਮੈਂ ਨੌਕਰੀ ਕਰਦਾ ਹੁੰਦਾ ਤਾਂ ਮੈਂ ਕਦੇ ਵੀ ਨਹੀਂ ਸੀ ਕਰ ਸਕਦਾ, ਕੁਝ ਵੀ ਨਹੀਂ ਸੀ ਕਰ ਸਕਦਾ।
ਤਾਂ ਮੇਰੇ ਕੋਲ ਮੈਨੂੰ ਲੱਗਦਾ ਕਾਰ ਵੀ ਮੇਰੇ ਕੋਲ ਲੋਨ ਤੇ ਹੋਣੀ ਸੀਗੀ, ਸਕੂਟਰ ਵੀ ਲੋਨ ਤੇ ਹੋਣਾ, ਫਰਿੱਜ ਵੀ ਲੋਨ ਤੇ ਹੋਣਾ ਸੀਗਾ, ਸਾਰੀਆਂ ਚੀਜ਼ਾਂ ਲੋਨ ਤੇ ਹੁੰਦੀਆਂ। ਇਸ ਕਰਕੇ ਮੈਨੂੰ ਤਾਂ ਇਹ ਬਹੁਤ ਮਜ਼ਾ ਆਇਆ। ਠੀਕ ਹੈ, ਚੈਲੰਜ ਆਉਂਦੇ ਆ, ਹੇਠ ਉੱਪਰ ਹੋਏ ਆ, ਹੁਣ ਤਾਂ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ ਯਾਰ। ਹੁਣ ਜਿਹੜੀ ਮੇਰੀ ਨੌਲੇਜ ਹੈਗੀ ਹੈ, ਮੈਂ ਜਿੰਨੀ ਨੌਲੇਜ ਐਕਵਾਇਰ ਕੀਤੀ ਹੈ, ਮੈਂ ਹੁਣ ਲੋਕਾਂ ਨੂੰ ਤਾਂ ਹੀ ਬਣ ਰਿਹਾ ਕਿ ਯਾਰ ਕੱਲ੍ਹ ਨੂੰ ਮੇਰੀ 59 ਸਾਲ ਦੀ ਉਮਰ ਹੈ ਅੱਜ, 5 ਸਾਲ ਨੂੰ 10 ਸਾਲ ਨੂੰ ਜਾਣਾ ਦੁਨੀਆ ਛੱਡ ਕੇ, ਘੱਟੋ ਘੱਟ ਇੱਥੇ ਤਾਂ ਕੋਈ ਛੱਡ ਜਾਈਏ। ਮੇਰੀ ਵਿਰਾਸਤ ਦੇ ਵਿੱਚ ਤਾਂ ਕੋਈ ਮੇਰਾ ਪਰਿਵਾਰ, ਵੱਡਾ ਪਰਿਵਾਰ ਤਾਂ ਦੇਖ ਲਵੇ ਨਾ ਮੈਨੂੰ ਵੀ ਮੈਂ ਕੀ ਕਰ ਛੱਡ ਕੇ ਗਿਆ ਇੱਥੇ। ਮੇਰਾ ਇਹ ਮਕਸਦ ਹੈ। ਜਵਾਨੀ ਵੇਲੇ ਦੀਆਂ ਕੁਝ ਗੱਲਾਂ ਜਿਹੜੀਆਂ ਤੂੰ ਵੱਖਰਾ ਕਰ ਲਈ ਉਕਸਾਉਂਦੀਆਂ ਸੀ ਜਵਾਨੀ ਵੇਲੇ, ਰਾਜਵੰਤ ਮਾਲੀ ਨੂੰ ਅੰਦਰੋਂ ਠੋਕਰ ਮਾਰਦੀਆਂ ਸੀ ਵੀ ਤੂੰ ਨੌਕਰੀ ਬਣਨ ਦੇ ਕਾਬਲ ਨਹੀਂ, ਨੌਕਰੀ ਕਰਨ ਦੇ ਕਾਬਲ ਨਹੀਂ ਹੈਗਾ, ਤੂੰ ਮਾਲਕ ਬਣਨਾ ਹੈ। ਉਹ ਗੱਲਾਂ ਹਜੇ ਕਿਉਂਕਿ ਮੈਨੂੰ ਇਹ ਲੱਗਦਾ ਹੈ ਵੀ ਆਹ ਉਮਰ ਨੂੰ ਆਪਣੇ ਆਪ ਕੰਮ ਕਰਨਾ, ਆਪਣੇ ਆਪ ਇੱਕ ਬਿਜ਼ਨਸ ਖੜਾ ਕਰਨਾ, ਕਿਉਂਕਿ ਮਾਂ ਪਿਓ ਤੇ ਜਵਾਨੀ ਖੁਦ ਡਰਦੀ ਹੈ ਵੀ ਯਾਰ ਕਿਤੇ ਨੌਕਰੀ ਕਰ ਲਓ, ਹਨਾ, ਕੰਮ ਦਾ ਕੀ ਤਰ੍ਹਾਂ ਕਦੋਂ ਫੇਲ ਹੋ ਜਾਏ। ਦੇਖੋ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਮੈਂ ਜੀ ਕਿ ਆਪਣੀ ਹੋਂਦ ਨੂੰ ਸਾਬਤ ਕਰੋ। ਵੀ ਜੇ ਰਾਜਵੰਤ ਸਿੰਘ ਮੋਹਾਲੀ ਇੱਥੇ ਬੈਠਾ ਤੁਹਾਡੇ ਤੇ, ਤਾਂ ਰਾਜਵੰਤ ਸਿੰਘ ਮੋਹਾਲੀ ਦੀ ਕੋਈ ਹੋਂਦ ਹੈ, ਭੇਡ ਬੱਕਰੀ ਨਹੀਂ ਬਣਨਾ। ਤੁਸੀਂ ਆਪਣੀ ਹੋਂਦ ਨੂੰ ਸਾਬਤ ਕਰਨਾ। ਮਤਲਬ ਜੇ ਸਪੋਜ਼ ਕਿਤੇ ਰਸਤੇ 'ਚ ਵੀ ਤੁਸੀਂ ਜਾ ਰਹੇ ਹੋ, ਕਿਸੇ ਦਾ ਐਕਸੀਡੈਂਟ ਹੋਇਆ ਪਿਆ ਤੇ ਤੁਸੀਂ ਇੱਦਾਂ ਨਿਕਲ ਜਾਂਦੇ ਹੋ, ਉਹ ਤੁਹਾਡੀ ਹੋਂਦ ਨਹੀਂ ਹੈ। ਫਿਰ ਉਹ ਤੁਹਾਨੂੰ ਚਾਹੀਦਾ ਕਿ ਤੁਸੀਂ ਰੁਕ ਕੇ ਉਹਦੀ ਮਦਦ ਕਰੋ ਜੀ, ਉਹਦੀ ਮਦਦ ਕਰੋ, ਕਿਉਂਕਿ ਤੁਸੀਂ ਉੱਥੇ ਹੈਗੇ ਹੋ। ਜੇ ਉੱਥੇ ਹੈਗੇ ਹੋ ਤਾਂ ਉਹਦੀ ਮਦਦ ਕਰੋ, ਉਹਨੂੰ ਬਚਾਓ। ਤੇ ਮੈਂ ਜਿਹੜੀ ਆਪਣੀ ਹੋਂਦ ਦਾ ਅਹਿਸਾਸ ਕਰਦਾ ਸੀ ਕਿ ਰਾਜਵੰਤ ਸਿੰਘ ਹੈਗਾ ਤਾਂ ਹੈਗਾ। ਮੈਂ 19-20 ਸਾਲ ਦੀ ਉਮਰ ਦੇ ਵਿੱਚ ਆਪਣੇ ਉਹਦੇ 'ਚ ਡਾਇਰੀ ਦੇ ਵਿੱਚ ਇੱਕ ਲਿਖਿਆ ਸੀਗਾ, ਮੈਂ 19 ਸਾਲ ਦੀ ਉਮਰ ਸੀ ਉਸ ਵੇਲੇ ਮੇਰੀ, ਮੈਂ ਲਿਖਿਆ ਸੀ ਉਹ ਜਵਾਨੀ ਕੀ ਜਿਹੜੀ ਪਹਾੜ ਨੂੰ ਮੱਥਾ ਲਾ ਕੇ ਪਿੱਛੇ ਨਾ ਧੱਕ ਸਕੇ। ਮਤਲਬ ਅੱਜ ਦਾ ਨਹੀਂ, ਇਹ ਸ਼ੁਰੂ ਤੋਂ ਹੀ ਮੇਰੇ ਅੰਦਰ ਮਤਲਬ ਇਸ ਤਰ੍ਹਾਂ ਕੇ ਦੀ ਮੇਰੀ ਜਿਹੜੀ ਵਿਚਾਰਧਾਰਾ ਬਣੀ ਹੋਈ ਸੀ ਤੇ ਮੈਂ ਉਸ ਵਿਚਾਰਧਾਰਾ ਤੇ ਚੱਲ ਰਿਹਾ ਤੇ ਤੁਹਾਡੇ ਸਾਹਮਣੇ ਆ। ਆਰਥਿਕ ਪੱਖੋਂ ਕਮਜ਼ੋਰ ਬੰਦਾ ਫੈਸਲੇ ਨਹੀਂ ਲੈ ਸਕਦਾ, ਉਹਦੇ ਬਾਰੇ? ਆਰਥਿਕ ਪੱਖੋਂ ਕਮਜ਼ੋਰ ਬੰਦੇ ਨੂੰ ਗੁਲਾਮ ਹੀ ਕਹੋ। ਦੇਖੋ ਮੈਂ ਆਪਣੀ ਕਿਤਾਬ ਦੇ ਵਿੱਚ ਇੱਕ ਲਿਖਿਆ ਵੀ ਜੇ ਤੁਸੀਂ ਹੁਕਮ ਨਹੀਂ ਦੇ ਸਕਦੇ ਤਾਂ ਹੁਕਮ ਲੈਣ ਲਈ ਤਿਆਰ ਰਹੋ ਜੀ। ਇੱਕੋ ਹੀ ਕੰਮ ਕਰ ਸਕਦੇ ਹੋ, ਜਾਂ ਤੁਸੀਂ ਹੁਕਮ ਦਿਓਗੇ ਜਾਂ ਹੁਕਮ ਲਓਗੇ ਜੀ। ਤੇ ਜੇ ਤੁਸੀਂ ਆਰਥਿਕ ਪੱਖੋਂ ਕਮਜ਼ੋਰ ਹੋ, ਤੁਸੀਂ ਤਾਂ ਕਿਸੇ ਨੂੰ ਸਲਾਹ ਵੀ ਨਹੀਂ ਦੇ ਸਕਦੇ, ਹੁਕਮ ਕਿੱਥੋਂ ਦੇ ਦੋਗੇ? ਆਰਥਿਕ ਪੱਖੋਂ ਕਮਜ਼ੋਰ ਬੰਦਿਆਂ ਦੀ ਤੁਸੀਂ ਕਿੰਨੀ ਕੁ ਸਲਾਹ ਲੈਂਦੇ ਹੋ? ਮੈਨੂੰ ਦੱਸੋ ਤੁਸੀਂ ਜੱਸੀ ਆਪਣੇ ਸੁੱਖੀ ਜੀ। ਤੁਸੀਂ ਆਰਥਿਕ ਪੱਖੋਂ ਤੋਂ ਜਿਹੜੇ ਕਮਜ਼ੋਰ ਆ ਉਹਦੀ ਸਲਾਹ ਵੀ ਲੈਂਦੇ, ਹੁਕਮ ਤਾਂ ਕਿੱਥੇ ਲੈਣਾ? ਤਾਂ ਇਹਦਾ ਤੇ ਇਹਦਾ ਮਤਲਬ ਇਹ ਹੈ ਨਾ ਵੀ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਆ ਉਹ ਬੰਦੇ ਆਰਥਿਕ ਤੌਰ ਤੇ ਉਹਨਾਂ ਨੂੰ ਦੂਜੇ ਸ਼ਬਦਾਂ 'ਚ ਅਸੀਂ ਗੁਲਾਮ ਹੀ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਦੇ ਵਿਚਾਰਿਆਂ ਦੀ ਆਪਣੀ ਸੇਹ ਕੋਈ ਨਹੀਂ। ਜਦੋਂ ਤੱਕ ਆਪਣੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਜਾਤ ਪਾਤ ਦਾ ਪਾੜਾ, ਜੇ ਤੁਸੀਂ ਬਾਹਰ ਨਿਕਲ ਕੇ ਦੇਖੋ ਨਾ, ਜਾਤ ਪਾਤ ਦੀ ਜਿਹੜੀ ਅੱਜ ਵੀ ਰੇਸ਼ੋ ਚੱਲ ਰਹੀ ਹੈ ਜਾਂ ਜਾਤ ਪਾਤ ਨੂੰ ਛੂਤ ਛਾਤ ਨੂੰ ਮੰਨ ਰਹੇ ਹੈ, ਉੱਥੇ ਕਿਤੇ ਨਾ ਕਿਤੇ ਆਰਥਿਕ ਪਾੜਾ ਹੈ। ਜੇ ਜਿਹੜੇ ਬੰਦੇ ਨਿਕਲ ਗਏ ਸ਼ਡਿਊਲ ਕਾਸਟ ਦੇ ਵਿੱਚੋਂ ਨਿਕਲ ਗਏ, ਚੰਗੀਆਂ ਨੌਕਰੀ ਤੇ ਆ ਗਏ, ਚੰਗੇ ਬਿਜ਼ਨਸ ਦੇ ਵਿੱਚ ਆ ਗਏ, ਉਹਨਾਂ ਨਾਲ ਉਨਾ ਭੇਦਭਾਵ ਨਹੀਂ ਕੀਤਾ ਜਾਂਦਾ ਜਿੰਨਾ ਕਿ ਪਿੰਡ ਦੇ ਵਿੱਚ ਰਹਿਣ ਵਾਲਿਆਂ ਨਾਲ ਕੀਤਾ ਜਾਂਦਾ। ਜਦੋਂ ਕੋਈ ਬੰਦਾ ਕਿਸੇ ਕੋਲ ਦਿਹਾੜੀ ਤੇ ਜਾਂਦਾ, ਚਾਹੇ ਉਹ ਜ਼ਿਮੀਂਦਾਰ ਹੋਵੇ, ਦਿਹਾੜੀ ਦੇਣ ਵਾਲਾ ਚਾਹੇ ਅਨੁਸੂਚਿਤ ਜਾਤੀ ਦਾ ਹੋਵੇ, ਉਹ ਉਹਦੇ ਨਾਲ ਭੇਦਭਾਵ ਕਰੇਗਾ। ਸਿੱਧੀ ਗੱਲ ਇਹ ਹੈ ਕਿ ਬਿਨਾਂ ਆਰਥਿਕ ਬਰਾਬਰੀ ਦੇ, ਬਿਨਾਂ ਆਰਥਿਕ ਚੇਤਨਾ ਦੇ ਤੁਸੀਂ ਕਿਤੇ ਵੀ ਨਹੀਂ ਪਹੁੰਚ ਸਕਦੇ। ਜੇ ਬਿਨਾਂ ਆਰਥਿਕ ਚੇਤਨਾ ਦੇ ਤੁਸੀਂ ਕੰਮ ਕਰਨ ਦੀ ਕੋਸ਼ਿਸ਼ ਕਰੋਗੇ, ਤੁਹਾਡੀ ਕੋਈ ਨਹੀਂ ਸੁਣਿਆ ਜਾਊਗਾ, ਤੁਹਾਨੂੰ ਲੋਕ ਸਮਝਣਗੇ ਤੁਸੀਂ ਜਬਲੇ ਮਾਰਦੇ ਹੋ। ਇਸ ਕਰਕੇ ਜਬਲੀਆਂ ਕੋਈ ਨਹੀਂ ਸੁਣਦਾ। ਜਿਹੜਾ ਕੋਈ ਗੱਲ ਸੁਣਨਾ ਚਾਹੁੰਦਾ ਉਹ ਵਧੀਆ ਸਟੀਕ ਗੱਲ ਸੁਣਨਾ ਚਾਹੁੰਦਾ। ਸਟੀਕ ਗੱਲ ਦਾ ਪੈਮਾਨਾ ਹੈ ਪੈਸਾ। ਤੁਸੀਂ ਸਕੂਲ ਪੱਧਰੀ ਪੜ੍ਹਾਈ ਕੀਤੀ, ਜ਼ਿੰਦਗੀ ਦੇ ਬਹੁਤ ਵੱਡੇ ਤਜਰਬੇ ਹਾਸਲ ਕੀਤੇ, ਜਿਹਦੇ ਵਿੱਚ ਤੁਸੀਂ ਕੜੇ, ਪਹਿਲਾਂ ਪੜ੍ਹੇ ਫਿਰ ਕੜੇ, ਰੜੇ ਵੀ ਬੋਲਦੇ ਨੇ, ਕੜੇ ਹੀ ਬੋਲਦੇ, ਕੜਿਆ ਹੋਇਆ ਬਹੁਤ ਵਧੀਆ, ਠੀਕ ਹੈ। ਉਸ ਤੋਂ ਤੁਸੀਂ ਬੱਚਿਆਂ ਨੂੰ ਐਜੂਕੇਸ਼ਨ ਦਿਵਾ ਰਹੇ ਹੋ। ਤੁਹਾਨੂੰ ਇਹ ਵੀ ਲੱਗਦਾ ਹੈ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਅਜੇ ਤੱਕ ਉਹ ਵਿਸ਼ੇ ਨਹੀਂ ਲੈਂਦੇ ਗਏ ਜਿਹੜੇ ਇੱਕ ਬੱਚੇ ਨੂੰ ਕਹਿੰਦੇ ਹੋਣ, ਅੰਦਰੋਂ ਆਵਾਜ਼ ਦਿੰਦੇ ਹੋਣ ਵੀ ਤੂੰ ਗਰਾਊਂਡ 'ਚ ਕੁੱਦ, ਤੇਰੇ ਅੰਦਰਲਾ ਜੋ ਆਰਟ ਹੈ, ਤੇਰੇ ਅੰਦਰ ਜੋ ਵੀ ਹੈਗਾ, ਜੋ ਹੋਂਦ ਦੀ ਗੱਲ ਕਰੀਏ ਵੀ ਆਪਣੀ ਹੋਂਦ ਬਚਾਉਣ ਦੇ ਲਈ, ਠੀਕ ਹੈ, ਉਹਨੂੰ ਸਾਬਤ ਕਰਨ ਦੇ ਲਈ ਰਾਦਰ। ਹਾਂ, ਤੁਹਾਨੂੰ ਕੀ ਲੱਗਦਾ ਐਜੂਕੇਸ਼ਨ ਸਿਸਟਮ ਆਪਣਾ ਮਾੜਾ ਹੈ? ਬਿਲਕੁਲ ਮਾੜਾ। ਐਜੂਕੇਸ਼ਨ ਸਿਸਟਮ ਜਿਹੜਾ ਸਾਡਾ ਅਕੈਡਮਿਕ ਸਿਸਟਮ ਹੈ, ਉਹ ਬੰਦੇ ਨੂੰ ਕਿਤੇ ਵੀ ਨਹੀਂ ਲੈ ਕੇ ਜਾ ਰਿਹਾ। ਜਿਹੜਾ ਅੱਜ ਤੋਂ 50 ਸਾਲ 60 ਸਾਲ ਪਹਿਲਾਂ ਐਜੂਕੇਸ਼ਨ ਸੀ, ਉਹੀ ਐਜੂਕੇਸ਼ਨ ਹੁਣ ਵੀ ਚੱਲ ਰਹੀ ਹੈ। ਤੇ ਉਹ ਐਜੂਕੇਸ਼ਨ ਸਿਰਫ ਸਾਨੂੰ ਐਮਪਲਾਈ ਬਣਨ ਦੀ ਹੀ ਸਿੱਖਿਆ ਦਿੱਤੀ ਜਾ ਰਹੀ ਹੈ ਵੀ ਅਸੀਂ ਐਮਪਲਾਈ ਬਣਨਾ। ਜਦੋਂ ਵੀ ਬੱਚਾ ਕੋਈ ਪੈਦਾ ਹੁੰਦਾ, ਅੱਜ ਵੀ ਪਿੰਡਾਂ ਦੇ ਵਿੱਚ, ਮੈਂ ਆਪਣੀ ਵੇਲੇ ਦੀ ਗੱਲ ਦੱਸਦਾ ਵੀ ਸਾਨੂੰ ਪੁੱਛਦੇ ਹੁੰਦੇ ਸੀ ਸਾਡੇ ਮਾਮਾ ਆਉਂਦੇ ਸੀਗੇ ਜਾਂ ਫੁੱਫੜ ਜੀ ਆਉਣਾ ਜਾਂ ਹੋਰ, ਮੇਰਾ ਪੁੱਤ ਵੱਡਾ ਹੋ ਕੇ ਕੀ ਬਣੂਗਾ? ਜਦੋਂ ਮੈਂ ਕਹਿੰਦਾ ਮੈਂ ਅਫਸਰ ਬਣਾਂਗਾ ਤਾਂ ਬੜੇ ਖੁਸ਼ ਹੁੰਦੇ ਸੀ ਉਹ।
ਉਦੋਂ ਮੈਨੂੰ ਵੀ ਨਹੀਂ ਸੀ ਪਤਾ ਵੀ ਕੀ ਚੀਜ਼ ਨਾ, ਵੀ ਇਹ ਮੇਰੇ ਮੂੰਹ ਤੋਂ ਸੁਣ ਕੇ ਕਿਉਂ ਖੁਸ਼ ਹੁੰਦੇ ਆ। ਮਤਲਬ ਅਸੀਂ ਨੌਕਰੀ ਪਿੱਛੇ ਤਾਂ ਜ਼ੋਰ ਲਾ ਰਹੇ ਹਾਂ, ਲੇਕਿਨ ਕਿਸੇ ਨੂੰ ਇਹ ਨਹੀਂ ਦੱਸਿਆ ਗਿਆ ਕਿ ਜੇ ਤੁਹਾਡਾ ਨੌਕਰੀ 'ਚ ਗੁਜ਼ਾਰਾ ਨਹੀਂ ਹੋਇਆ, ਤੁਹਾਡੇ ਕੋਲ ਉਹ ਤੋਂ ਬਿਨਾਂ ਰਸਤਾ ਕੀ ਹੈ ਜੀ। ਤੁਹਾਡੇ ਕੋਲ ਆਰਥਿਕ ਆਜ਼ਾਦੀ ਇੱਕ ਸ਼ਬਦ ਹੈ ਜੀ, ਆਰਥਿਕ ਆਜ਼ਾਦੀ। ਆਰਥਿਕ ਆਜ਼ਾਦੀ ਵਾਸਤੇ ਤੁਹਾਡੇ ਕੋਲ ਕੀ ਹੈ? ਆਰਥਿਕ ਆਜ਼ਾਦੀ ਦਾ ਮਤਲਬ ਹੈ ਤੁਹਾਨੂੰ ਮੀਂਹ ਪਾਰ ਪੈ ਰਿਹਾ ਜਾਂ ਤੁਹਾਨੂੰ ਬੁਖਾਰ ਚੜਿਆ ਹੋਇਆ, ਤੁਹਾਨੂੰ ਕੰਮ ਤੇ ਜਾਣ ਦੀ ਲੋੜ ਨਾ ਪਵੇ, ਤੁਹਾਨੂੰ ਸਾਰਾ ਕੁਝ ਘਰ ਬੈਠੇ ਮਿਲ ਰਿਹਾ, ਇਹ ਆਰਥਿਕ ਆਜ਼ਾਦੀ ਹੈ। ਜੇ ਤੁਹਾਨੂੰ ਮਤਲਬ ਉੱਧਰੋਂ ਬੁਖਾਰ ਚੜਿਆ, ਉੱਧਰੋਂ ਤੁਹਾਨੂੰ ਦਿਹਾੜੀ ਤੇ ਜਾਣਾ ਪੈ ਜੇ, ਉੱਧਰੋਂ ਸਕੂਲ ਜਾਣਾ ਪੈ ਜੇ, ਕਿਤੇ ਹੋਰ ਜਾਣਾ ਪੈ ਜੇ, ਫਿਰ ਤੁਹਾਡੀ ਆਰਥਿਕ ਆਜ਼ਾਦੀ ਕੋਈ ਨਹੀਂ ਹੈ। ਇਹ ਜੇ ਨੌਕਰੀ ਵਾਸਤੇ ਲੋਕਾਂ ਨੇ ਜ਼ੋਰ ਲਾਇਆ ਤਾਂ ਨੌਕਰੀਆਂ ਲੋਕਾਂ ਨੂੰ ਮਿਲੀਆਂ ਜੀ, ਮਿਲੀਆਂ ਜਿੰਨੀਆਂ ਵੀ ਮਿਲੀਆਂ, ਠੀਕ ਹੈ। ਜੇ ਲੋਕਾਂ ਨੂੰ ਇਹ ਸਿਖਾਇਆ ਜਾਂਦਾ ਵੀ ਭਾਈ ਨੌਕਰੀ 'ਚ ਤੇਰਾ ਗੁਜ਼ਾਰਾ ਨਹੀਂ, ਨਾਲ ਤੈਨੂੰ ਹੋਰ ਵੀ ਸੋਚਣਾ ਪਏਗਾ। ਹੁਣ ਆਹ ਦੀਵਾਰ ਹੈ ਆਪਣੇ ਸਾਹਮਣੇ ਖੜੀ ਹੈ, ਜੇ ਆਪਾਂ ਦੀਵਾਰ ਦੇ ਵਿੱਚ ਦੇਖੀਏ ਤਾਂ ਇਹ ਸਾਨੂੰ ਸੀਮੈਂਟ ਸਰੀਆ ਜਾਂ ਪੇਂਟ ਹੋਇਆ ਨਜ਼ਰ ਆਉਂਦਾ। ਜਿਹਦੇ ਅਸੀਂ ਸਟੂਲ ਰੱਖ ਕੇ ਦੀਵਾਰ ਦੇ ਬਾਹਰਲੇ ਪਾਸੇ ਦੇਖਾਂਗੇ, ਦੁਨੀਆ ਸਾਨੂੰ ਤਾਂ ਦਿਖਣੀ ਹੈ। ਸਾਨੂੰ ਦੀਵਾਰ ਦਾ ਉਰਲਾ ਪਾਸੇ ਹੀ ਦਿਖਾਇਆ ਜਾਂਦਾ, ਦੀਵਾਰ ਦੇ ਪਰਲੇ ਪਾਸਾ ਨਹੀਂ ਦਿਖਾਇਆ ਜਾਂਦਾ। ਕਿਰਤੀ ਹੋਵੇ, ਕਿਸਾਨ ਮਜ਼ਦੂਰ, ਅੱਜ ਤਾਂ ਬੇਰੁਜ਼ਗਾਰ, ਬਹੁਤ ਸਾਰੇ ਲੋਕ ਕਰਜ਼ੇ ਕਰਕੇ ਖੁਦਕੁਸ਼ੀਆਂ ਕਰਦੇ ਨੇ। ਤੇ ਤੁਹਾਡੀ ਜ਼ਿੰਦਗੀ ਦਾ ਇੱਕ ਆਧਾਰ ਜਾਂ ਤੁਹਾਡੀ ਜ਼ਿੰਦਗੀ ਦਾ ਇੱਕ ਨੁਕਤਾ ਇਹ ਵੀ ਹੈਗਾ ਵੀ ਜਿਹੜੇ ਲੋਕ ਕਰਜ਼ਈ ਨੇ ਉਹ ਲੋਕ ਜ਼ਿਆਦਾ ਅਮੀਰ ਬਣ ਸਕਦੇ ਨੇ। ਤੁਸੀਂ ਇਹ ਗੱਲ ਕਿਵੇਂ ਕਹਿੰਦੇ ਹੋ? ਦੇਖੋ, ਜਿਹਨੇ ਨਹੀਂ ਕੁਝ ਕਰਨਾ ਉਹਦੇ ਵਾਸਤੇ ਤਾਂ ਇੱਕ ਬਹਾਨਾ, 100 ਬਹਾਨੇ ਉਹਦੇ ਵਾਸਤੇ, ਜਿਹਨੇ ਕਰਨਾ ਉਹਦੇ ਵਾਸਤੇ ਇੱਕ ਕਾਰਨ। ਜੇ ਇਹ ਗੱਲ ਪੈਸੇ ਨਾਲ ਹੀ ਸਭ ਕੁਝ ਹੁੰਦਾ ਹੋਵੇ ਜੀ, ਤਾਂ ਹੁਣੇ 2015 ਦਾ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਸੁਸ਼ੀਲ ਕੁਮਾਰ ਸੀ, ਬਿਹਾਰ ਦਾ ਮੁੰਡਾ ਜੀ, ਉਹਨੇ 5 ਕਰੋੜ ਰੁਪਏ ਜਿੱਤਿਆ ਸੀ ਜੀ। ਟੀਚਰ ਸੀ ਲੱਗਿਆ ਹੋਇਆ, ਪਹਿਲਾਂ ਬੇਸਿਕ ਉਹ ਕੰਪਿਊਟਰ ਟੀਚਰ ਸੀ। 5 ਕਰੋੜ ਰੁਪਏ ਜਿੱਤਣ ਤੋਂ ਬਾਅਦ ਅੱਜ ਫੇਰ ਉਹ ਕਰਜ਼ੇ ਦੇ ਥੱਲੇ ਆ ਬੰਦਾ। 2015 ਤੋਂ ਲੈ ਕੇ 6 ਸਾਲ ਦੇ ਵਿੱਚ ਹੀ ਉਹਨੇ 5 ਕਰੋੜ ਰੁਪਇਆ ਉਡਾਤਾ, ਉਡਾਉਣ ਤੋਂ ਬਿਨਾਂ ਉਲਟਾ ਕਰਜ਼ਾਈ ਹੋ ਗਿਆ ਜੀ। ਜੇ ਪੈਸਾ ਹੀ ਸਭ ਕੁਝ ਬੇਸ ਹੋਵੇ ਜੀ, ਜੇ ਹੁਣ ਤੁਹਾਨੂੰ ਮੈਂ 5 ਕਰੋੜ ਰੁਪਏ ਦੇ ਦਾਂ, ਤੁਹਾਡੇ ਹੱਥ ਪੈਰ ਫੁੱਲ ਜਾਣਗੇ ਇੱਕ ਵਾਰੀ, ਹੈ ਨਾ। ਮੈਂ ਕਹਿੰਦਾ ਉਹਨਾਂ ਜੇ ਤੁਸੀਂ ਕਿਸੇ ਨੂੰ ਪੈਸੇ ਦਾ ਦੇਖਣੀ, ਪਾਵਰ ਦੇਖਣੀ ਹੈ, ਕਿਸੇ ਰਿਕਸ਼ੇ ਵਾਲੇ ਨੂੰ, ਰੇਹੜੀ ਵਾਲੇ ਨੂੰ 50,000 ਰੁਪਏ ਦੇ ਦਿਓ ਵੀ ਮੈਂ ਤੇਤੋਂ 3 ਦਿਨ ਬਾਅਦ ਲਊਂਗਾ, ਜੇ ਉਹ ਰਾਤ ਨੂੰ ਸੌਂ ਗਿਆ ਤਾਂ ਮੇਰਾ ਨਾਮ ਬਦਲ ਦਿਓ। ਪੈਸੇ ਦੀ ਪਾਵਰ ਇੰਨੀ ਹੈ, ਪੈਸਾ ਮਤਲਬ ਇੰਨਾ ਤੁਹਾਨੂੰ ਹਿਲਾ ਦੇਗਾ ਇੱਕ ਵਾਰੀ। ਜਦੋਂ ਤੁਹਾਨੂੰ ਪੈਸੇ ਨੂੰ ਕੰਟਰੋਲ ਕਰਨਾ ਆ ਜਾਂਦਾ ਜੀ, ਫਿਰ ਤੁਹਾਡੀ ਅਸਲੀ ਗਰੋਥ ਹੁੰਦੀ ਹੈ। ਪੈਸਾ ਕਮਾਉਣਾ ਇੰਨਾ ਔਖਾ ਕੰਮ ਨਹੀਂ ਹੈ ਜਿੰਨਾ ਪੈਸੇ ਨੂੰ ਕੰਟਰੋਲ ਕਰਨਾ ਔਖਾ। ਜਿਹੜਾ ਰਿਹਾ ਮਤਲਬ ਬਿਨਾਂ ਪੈਸੇ ਤੋਂ, ਜੇ ਤੁਸੀਂ 100 ਵਾਰ ਅਸੀਂ ਸੁਣਿਆ ਕਿ ਕਿਸੇ ਦੀ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ, ਕਿਸੇ ਦੀ ਫਰਨੀਚਰ ਦੀ ਦੁਕਾਨ ਨੂੰ ਅੱਗ ਲੱਗੀ, ਉਹ ਜ਼ੀਰੋ ਹੋ ਗਿਆ, ਉਹ ਥੱਲੇ ਆ ਗਿਆ ਜੀ, ਉਹ ਕਰਜ਼ੇਦਾਰ, ਉਸ ਤੋਂ ਬਾਅਦ ਫਿਰ ਨਿਕਲੇ ਨਹੀਂ ਜੀ। ਤਾਂ ਮੈਂ ਇਹ ਗੱਲ ਕਰਨਾ ਵੀ ਮੇਰੀ ਇੱਕ ਵੀਡੀਓ ਵੀ ਪਈ ਹੈ ਕਿ ਜੇ यदि आपके पास पैसा नहीं तो आप लक्की हो। ਉਹ ਘੱਟੋ ਘੱਟ ਤੁਸੀਂ ਇੱਕ ਲੈਵਲ ਤੇ ਤਾਂ ਹੈ ਨਾ। ਇੱਕ ਬੰਦੇ ਨੇ 20 ਲੱਖ ਦੇਣਾ, 50 ਲੱਖ ਦੇਣਾ, ਉਹ ਥੱਲੇ ਬੈਠਾ ਲੈਣ ਤੋਂ ਨਾ, ਉਹਨੇ 50 ਲੱਖ ਦੇ ਕੇ ਫਿਰ ਉੱਪਰ ਜਾ ਕੇ ਤਰੱਕੀ ਕਰਨੀ ਹੈ। ਤੁਸੀਂ ਤਾਂ ਇੱਕ ਮਤਲਬ ਐਟ ਪਾਰ ਬੈਠੇ ਹੋ ਨਾ ਤੁਸੀਂ। ਤੇ ਜੇ ਤੁਸੀਂ ਲੱਕੀ ਇਸ ਕਰਕੇ ਹੋ ਕਿ ਤੁਸੀਂ ਕਿਸੇ ਦਾ ਪੈਸਾ ਨਹੀਂ ਦੇਣਾ, ਤੁਸੀਂ ਆਪਣੇ ਆਪ ਨੂੰ ਡਿਵੈਲਪ ਕਰਨਾ। ਲੇਕਿਨ ਉਹ ਜਿਹੜਾ ਬੰਦਾ ਫੇਲ ਹੋਇਆ ਬੰਦਾ ਫਿਰ ਕਰੋੜਪਤੀ ਬਣ ਜਾਂਦਾ, ਜਦ ਫਿਰ ਦੂਜੇ ਬੰਦੇ ਬਹਾਨੇ ਮਾਰਦੇ ਸ਼ੁਰੂ ਹੋ ਜਾਂਦੇ ਆ। ਉਹ ਫੇਲ ਹੋਇਆ ਬੰਦਾ ਕਿਉਂ ਕਰੋੜਪਤੀ ਬਣਦਾ? ਕਿਉਂਕਿ ਉਹਦਾ ਦਿਮਾਗ ਵਿਕਸਿਤ ਹੋਇਆ ਹੁੰਦਾ, ਉਹਨੂੰ ਪੈਸੇ ਕਮਾਉਣ ਦੀ ਟੈਕਨੀਕ ਆ ਗਈ ਹੁੰਦੀ ਹੈ ਕਿ ਪੈਸਾ ਕਿੱਦਾਂ ਕਮਾਉਣਾ, ਕਿਸ ਤਰੀਕੇ ਨਾਲ ਕੰਟਰੋਲ ਕਰਨਾ, ਕਿਸ ਤਰੀਕੇ ਨਾਲ ਖਰਚੇ ਕਰਨੇ ਆ। ਇਮੋਸ਼ਨਲ ਪੱਖ ਹੈ ਜਿਹੜਾ ਪੈਸੇ ਦੇ ਵਿੱਚ। ਜਦੋਂ ਕੋਈ ਬੰਦੇ ਕੋਲ ਪੈਸੇ ਆ ਜਾਂਦੇ ਆ, ਸਭ ਤੋਂ ਪਹਿਲਾਂ ਅਸੀਂ ਦੌੜਦੇ ਵੱਡੀ ਕਾਰ ਲੈ ਲਓ ਜੀ, ਵੱਡੀ ਕੋਠੀ ਲੈ ਲਓ ਜੀ, ਹੈ ਨਾ। ਉਹ ਪਾਸੇ ਨਹੀਂ ਦੌੜਨਾ। ਜਦੋਂ ਤੁਹਾਡੇ ਕੋਲ ਪੈਸਾ ਆਉਂਦਾ, ਪੈਸੇ ਨੂੰ ਸਹੀ ਤਰੀਕੇ ਨਾਲ, ਸਹੀ ਸਮਝ ਨਾਲ, ਸਹੀ ਅਵੇਅਰਨੈਸ ਨਾਲ ਪੈਸੇ ਨੂੰ ਇਸਤੇਮਾਲ ਕਰਨਾ। ਇਹ ਕਿਹਾ ਜਾਂਦਾ ਕਿ ਮਨੀ ਇਜ਼ ਐਕਸੀਲੈਂਟ ਸਰਵੈਂਟ ਬਟ ਏ ਬੈਡ ਮਾਸਟਰ। ਪੈਸਾ ਤੁਹਾਡਾ ਸ਼ਾਨਦਾਰ ਨੌਕਰ ਹੈ। ਸ਼ਾਨਦਾਰ ਨੌਕਰ ਕਿਵੇਂ ਹੈ? ਮੈਂ ਕੋਈ 5 ਲੱਖ ਦਾ ਪਲਾਟ ਲਿਆ ਸੀਗਾ 2000 ਦੇ ਵਿੱਚ, ਮੇਰਾ ਬੇਟਾ ਹੋਇਆ ਜਦੋਂ, ਅੱਜ ਉਹ ਮੇਰਾ ਖਰ 3 ਕਰੋੜ ਦਾ ਪਲਾਟ ਹੋ ਗਿਆ। ਮੇਰੇ ਵਾਸਤੇ 5 ਲੱਖ ਨੇ 3 ਕਰੋੜ ਰੁਪਇਆ ਕਰਤਾ। ਮੇਰਾ ਨੌਕਰ ਹੈ ਨਾ ਪੈਸਾ, ਫਿਰ ਮੇਰੇ ਵਾਸਤੇ ਇੰਨਾ ਕੰਮ ਕਰਤਾ ਨਾ। ਬਹੁਤ ਬੰਦੇ ਮੇਰੇ ਕੀ ਹੋਰ ਵੀ ਬੰਦੇ ਬਹੁਤ ਹੋਣਗੇ ਜਿਨ੍ਹਾਂ ਵਾਸਤੇ ਪੈਸੇ ਨੇ ਕੰਮ ਕੀਤਾ। ਜੇ ਤੁਸੀਂ ਪੈਸੇ ਨੂੰ, ਜਿੱਦਣ ਤੁਹਾਡੇ ਕੋਲ ਪੈਸੇ ਆ ਗਏ, ਤੁਸੀਂ ਵੱਡੀ ਕਾਰ ਲੈਣ ਚੱਲ ਗਏ, ਘਰ ਦੇ ਉੱਪਰ ਪੈਸੇ ਲਾਤੇ, ਸ਼ੌਂਕ ਪੂਰੇ ਕਰਨ ਲਈ ਘੋੜੀਆਂ ਲੈ ਲਈਆਂ ਜੀ, ਆਹ ਲੈ ਲਈਆਂ, ਫਿਰ ਤੁਸੀਂ ਸਾਰੇ ਪੈਸੇ ਨੂੰ ਬਰਬਾਦ ਕਰ ਲਓਗੇ। ਉੱਥੇ ਪੈਸਾ ਤੁਹਾਡਾ ਮਾਲਕ ਬਣ ਜਾਂਦਾ। ਜੇ ਤੁਸੀਂ ਪੈਸੇ ਨੂੰ ਕੰਟਰੋਲ ਕਰਕੇ, ਪੈਸਾ ਇਮੋਸ਼ਨ ਇੱਕ ਬਹੁਤ ਵੱਡਾ, ਜੇ ਇਮੋਸ਼ਨ ਨੂੰ ਕੰਟਰੋਲ ਕਰਕੇ ਤੁਸੀਂ ਉਹਦੇ ਕੰਮ ਤੇ ਲਾ ਦੋਗੇ, ਉਹ ਤੁਹਾਡੇ ਵਧੀਆ ਨੌਕਰ ਵਾਂਗੂ ਤੁਹਾਡਾ ਕੰਮ ਕਰਕੇ ਦੇਊਗਾ ਤੇ ਤੁਹਾਨੂੰ ਅਮੀਰ ਵੀ ਬਣਾਏਗਾ। ਤੇ ਤੁਹਾਡਾ ਜਿਹੜਾ ਕੰਮ ਹੈ, ਜਿਹੜਾ ਤੁਸੀਂ ਕਰਨਾ, ਉਹ ਤੁਹਾਡਾ ਪੈਸਾ ਕਰੇਗਾ। ਜਦ ਤੁਹਾਡਾ ਵਾਸਤੇ ਪੈਸਾ ਕੰਮ ਕਰਦਾ, ਤੁਸੀਂ ਆਮ ਆਦਮੀ ਨਹੀਂ ਰਹਿੰਦੇ, ਤੁਸੀਂ ਖਾਸ ਆਦਮੀ ਹੋ ਜਾਂਦੇ। ਰਾਜਵੰਤ ਸਿੰਘ ਮੁਹਾਲੀ ਇੱਕ ਪਿੰਡ ਚੋਂ ਨਿਕਲ ਕੇ ਆਇਆ, ਚੰਡੀਗੜ੍ਹ ਦੇ ਸਫਲ ਇਨਸਾਨ ਬੈਠਾ ਹੈ। ਅੱਜ ਕੀ ਮਹਿਸੂਸ ਕਰਦੇ ਹੋ? ਮੈਨੂੰ ਸੁਖੀ ਜੀ, ਸਭ ਤੋਂ ਵਧੀਆ ਗੱਲ ਇਹ ਲੱਗਦੀ ਹੈ ਕਿ ਮੈਂ ਹਿੰਮਤ ਕੀਤੀ, ਹਿੰਮਤ ਨੂੰ ਯਾਰ ਬਣਾਇਆ ਜੀ। ਤੇ ਹਿੰਮਤ ਨੂੰ ਯਾਰ ਬਣਾਇਆ ਤੇ ਮੈਂ ਮਤਲਬ ਜੋ ਕੁਝ ਮੈਂ ਚਾਹਿਆ ਉਹ ਕੁਝ ਮੈਂ ਪਾਇਆ ਜੀ। ਤੇ ਇਸੇ ਤਰੀਕੇ ਨਾਲ ਮੈਂ ਆਪਣੇ ਜਿਹੜੇ
ਨੌਜਵਾਨ ਆਪਣੇ ਦੇਖ ਰਹੇ ਆਪਾਂ ਨੂੰ, ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਤੁਸੀਂ ਸਾਰੇ ਬਹਾਨੇ ਛੱਡ ਕੇ ਜੀ ਜਨੂੰਨ ਨਾਲ, ਪਾਗਲਪਨ ਨਾਲ ਕਿਸੇ ਕੰਮ ਦੇ ਪਿੱਛੇ ਲੱਗ ਜਾਂਦੇ ਹੋ ਤਾਂ ਕਾਮਯਾਬੀ ਚੱਕ ਮਾਰਦੀ ਤੁਹਾਡੇ ਪਿੱਛੇ ਆ ਜਾਂਦੀ ਹੈ। ਜੀ ਕੋਈ ਬਹੁਤ ਬੜਾ ਮੰਤਰ ਨਹੀਂ ਹੈ। ਜੀ ਸਿਰਫ ਤੁਸੀਂ ਆਪਣੇ ਆਪ ਨੂੰ ਪਹਿਲਾਂ ਮਹਿਸੂਸ ਕਰਨਾ, ਪਹਿਲਾਂ ਸੈਲਫ ਸਟੱਡੀ ਕਰ ਲਓ ਕਿ ਤੁਹਾਡੇ ਅੰਦਰੋਂ ਆਵਾਜ਼ ਕੀ ਆ ਰਹੀ, ਤੁਸੀਂ ਕੀ ਕਰ ਸਕਦੇ ਹੋ ਨਾ। ਜੀ। ਤੇ ਆਪਣੇ ਕਿਸੇ ਦੋਸਤਾਂ ਤੋਂ ਮਤਲਬ ਕਰ ਲਓ। ਕਈ ਬੰਦੇ ਮੇਰੇ ਬੈਂਕ ਦੇ ਵਿੱਚ ਸੀਗੇ, ਹੋਰ ਸੀ, ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਬੈਂਕ ਨੌਕਰੀ ਛੱਡ ਦਿਓ, ਤੇ ਕਈਆਂ ਨੂੰ ਮੈਂ ਕਹਿੰਦਾ ਨਾ ਤੂੰ ਨਾ ਛੱਡਦੀ ਯਾਰ, ਕਿਉਂਕਿ ਮੈਨੂੰ ਪਤਾ ਸੀ ਇਹ ਬੰਦਾ ਕਰ ਸਕਦਾ, ਇਹ ਨਹੀਂ ਕਰ ਸਕਦਾ। ਜੀ ਇਸੇ ਤਰੀਕੇ ਨਾਲ ਮੈਂ ਜਿਹੜੇ ਇਹ ਕਹਿਣਾ ਚਾਹੁੰਦਾ ਵੀ ਜੇ ਤੁਹਾਡੇ ਅੰਦਰ ਦੀ ਆਵਾਜ਼ ਇਹ ਆਵੇ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ, ਬਾਰ-ਬਾਰ ਚਿੰਤਨ ਮੰਥਨ ਕਰੋਗੇ ਇਹ ਕਰ ਸਕਦੇ ਹੋ, ਤਾਂ ਤੁਹਾਨੂੰ ਜ਼ਰੂਰ ਹਿੰਮਤ ਨੂੰ ਯਾਰ ਬਣਾ ਕੇ ਅੱਗੇ ਵਧਣਾ ਚਾਹੀਦਾ। ਜੇ ਤੁਸੀਂ ਅੱਗੇ ਵਧੋਗੇ, ਨੌਕਰੀਆਂ ਕਰਨ ਦੀ ਬਜਾਏ ਕੁਝ ਹੋਰ ਅਲੱਗ ਕਰੋਗੇ, ਆਪਣੀਆਂ ਆਮਦਨਾਂ ਵਧਾਓਗੇ, ਤੁਸੀਂ ਆਪਣੇ ਮਾਂ-ਬਾਪ ਦੀ ਸੇਵਾ ਕਰ ਸਕਦੇ ਹੋ। ਜੀ ਸਾਰੇ ਬੰਦੇ ਮਾਂ-ਬਾਪ ਦੀ ਸੇਵਾ ਕਰਨਾ ਚਾਹੁੰਦੇ ਆ, ਲੇਕਿਨ ਜਿਹੜੇ ਵਿਚਾਰੇ ਨਹੀਂ ਕਰ ਸਕਦੇ, ਉਹਨਾਂ ਦੇ ਆਪਣੇ ਨਹੀਂ ਗੁਜ਼ਾਰੇ ਹੁੰਦੇ, ਉਹ ਆਪਣੇ ਨਿਆਣੇ ਦੀ ਫੀਸ ਭਰਨੀ, ਆਪਣੇ ਮਾਂ-ਬਾਪ ਨੂੰ ਪੈਸੇ ਦੇਣ। ਪ੍ਰੋਬਲਮ ਇੱਥੇ ਹੈ। ਕਰਨਾ ਸਾਰੇ ਚਾਹੁੰਦੇ ਆ, ਕੋਈ ਇੰਨਾ ਮਾੜਾ ਨਹੀਂ ਹੁੰਦਾ ਕਿ ਮਾਂ-ਬਾਪ ਤੋਂ ਭੱਜੇ ਬੰਦਾ, ਲੇਕਿਨ ਫਿਰ ਵੀ ਮਾਂ-ਬਾਪ ਕਿੱਥੇ ਕਿੱਥੇ ਰੁਲਦੇ ਜਾ ਕੇ ਨਾ, ਕੋਈ ਮਜਬੂਰੀ ਦੇ ਵਿੱਚ ਹੀ ਹੋ ਸਕਦਾ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਆਪਣੇ ਆਪ ਨੂੰ ਥਿੰਕਿੰਗ ਹੈਬਿਟਸ ਡਿਵੈਲਪ ਕਰੋ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਵੀ ਮੱਥਾ ਟੇਕਣ ਨਾਲੋਂ ਮੱਥਾ ਮਾਰਨਾ ਸਿੱਖੋ। ਮੱਥਾ ਮਾਰਨ ਦਾ ਮਤਲਬ ਹੈ ਚਿੰਤਨ ਕਰਨਾ, ਮੰਥਨ ਕਰਨਾ, ਕਿਸੇ ਚੀਜ਼ ਨੂੰ ਐਨਾਲਿਸਿਸ ਕਰਨਾ, ਕੀ ਕਰ ਸਕਦੇ ਹਾਂ, ਕੀ ਨਹੀਂ ਕਰ ਸਕਦੇ, ਇਹਦੇ 'ਚ ਕਰਨ ਨਾਲ ਕੀ ਸਾਨੂੰ ਨੁਕਸਾਨ ਹੋ ਸਕਦਾ ਹੈ, ਕਿਹੜੇ ਕਿਹੜੇ ਇਹਦੇ 'ਚ ਫਿਊਚਰ ਆ ਸਕਦੇ ਆ, ਤੇ ਮਤਲਬ ਸਾਨੂੰ ਚੈਲੰਜ ਆ ਸਕਦੇ ਆ, ਕੀ ਸਾਨੂੰ ਸਹੂਲਤਾਂ ਮਿਲ ਸਕਦੀਆਂ। ਇਹ ਸਾਰੀਆਂ ਚੀਜ਼ਾਂ ਨੂੰ ਚਿੰਤਨ ਮੰਥਨ ਕਰਨ ਨੂੰ ਹੀ ਮੈਂ ਕਹਿੰਦਾ ਵੀ ਮੱਥਾ ਮਾਰਨਾ ਸਿੱਖੋ। ਮੱਥਾ ਟੇਕਣ ਵਾਸਤੇ ਤਾਂ ਪਹਿਲਾਂ ਹੀ ਬਹੁਤ ਹੈ ਸਾਡੇ ਕੋਲ, ਮੱਥਾ ਤਾਂ ਜਿੱਥੇ ਮਰਜ਼ੀ ਟੇਕ ਲਓ ਜਾ ਕੇ ਨਾ। ਹਾਂਜੀ ਦੋਸਤੋ, ਤੁਸੀਂ ਸੁਣਿਆ ਰਾਜਵੰਤ ਸਿੰਘ ਮਹਾਲੀ ਨੂੰ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਤਜਰਬੇ ਸਾਂਝੇ ਕਰਦੇ ਰਹਾਂਗੇ। ਸੋ ਬਣੇ ਰਹੋ ਸਰਲੇਖ ਦੇ ਨਾਲ। ਸ਼ੁਕਰੀਆ।